ਇਹ ਸਾਰਾ ਕੁਝ ਉਸ ਵੇਲੇ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਰਕਾਰ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋ ਗਈ, ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਏ, ਔਰ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਰੇ ਸਿੱਖ ਪੰਥ ਲਈ ਔਰ ਚੁਣੀ ਹੋਈ ਸਰਕਾਰ ਲਈ ਕੀ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿੱਠ ਦੋ ਕੇ ਡੇਰਾਵਾਦ ਦਾ ਪਸਾਰਾ ਹੋਣਾ ਮਾਲਵੇ 'ਚ, ਕਿਤੇ ਦਸਮ ਪਾਤਸ਼ਾਹ ਹਜ਼ੂਰ ਦੀ ਅਜ਼ਮਤ ਸਰਬੰਸਦਾਨੀ ਦੀ, ਤੇ ਕਿਤੇ ਇਹ ਲੋਕ ਜਿਨ੍ਹਾਂ ਦੇ ਪਿੱਛੇ ਪੰਜਾਬ ਦਾ ਬਹੁਤ ਵੱਡਾ ਹਿੱਸਾ ਤੁਰ ਪਿਆ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੁੱਕ ਲੈਣੇ, ਤੁਸੀਂ ਇਹ ਸਮਝੋ ਵੀ ਸਾਡੇ ਕੌਮ ਦੇ ਕਾਲਜੇ ਨੂੰ ਹੱਥ ਪਾ ਲਿਆ। ਕੈਪਟਨ ਅਮਰਿੰਦਰ ਸਿੰਘ ਇਖਲਾਕੀ ਤੌਰ ਤੇ ਇੱਕ ਅਜੀਬ ਕਿਸਮ ਦੇ ਬੰਧਨ ਵਿੱਚ ਮੁਬਤਲਾ ਸੀ। ਰੂਸਾ ਆਲਮ ਪੋਸਟਿੰਗ ਕਰ ਰਹੀ ਹੈ ਵੀ ਉਹ ਗੱਲ ਸੱਚਮੁੱਚ ਚੀਕੂ ਤੇ ਸੀਤਾਫਲ ਦੀ ਹੀ ਕਰ ਰਹੀ ਹੈ ਜਾਂ ਕੋਈ ਕੋਡ ਵਰਡਸ ਨੇ जिन्हों बारे वो जानकारी लेना चाहती है। खूबीराम की आप ड्यूटी लगाएं, वो रेकी करे। KDGP रैंक का बंदा वो बाली तो नहीं है रूसा का। हुणे किसी ने नहीं पूछा, कांग्रेस के किसी लीडर ने, क्योंकि उन्होंने दम ही नहीं इन्ना, मर चुकी उन्होंने ज़मीर कि मुख्यमंत्री आप दी सरकारी रहायश छड्ड के प्राइवेट रहायश बैठ गया। कोई प्राइवेट जिंदगी नहीं हुंदी मुख्यमंत्री दी। तुहाडा दिन रात हर पल जिहड़ा हैगा वो लोकां दे हवाले आ। ਹੁਣ ਸੁਖਬੀਰ ਹੋਰਾਂ ਨੇ ਚੈਲੰਜ ਕੀਤਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਬੇਅਦਬੀ ਦੇ ਮਾਮਲੇ 'ਚ ਫਿਰ ਲਿਆਓ ਸਾਹਮਣੇ ਸਾਡੇ ਖਿਲਾਫ ਸਬੂਤ। ਮੈਂ ਉਹਨੂੰ ਚੈਲੰਜ ਕਰਦਾ, ਜੇ ਸੁਖਬੀਰ 'ਚ ਦਮ ਹੈ ਤਾਂ ਉਹ 1 ਤਰੀਕ ਨੂੰ ਬੁਰਜ ਜਵਾਹਰ ਸਿੰਘ ਵਾਲਾ ਆ ਜਾਵੇ, ਅਸੀਂ ਉਹਨੂੰ ਸਵਾਲ ਕਰਾਂਗੇ ਉੱਥੇ ਵੀ ਸੰਗਤਾਂ ਫੈਸਲਾ ਕਰ ਦੇਣਗੇ। ਪੰਜਾਬ ਦੀ ਤਵਾਰੀਖ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ 1947 ਦੇ ਉਹ ਸਾਰੇ ਦੌਰ ਦੇ ਵਿੱਚ ਜੋ ਹੋਇਆ ਉਹ ਗਲਤ ਸੀ। ਉਸ ਤੋਂ ਬਾਅਦ 1984 ਦੀਆਂ ਗੱਲਾਂ ਆਉਂਦੀਆਂ ਨੇ। ਉਸ ਤੋਂ ਬਾਅਦ ਆ ਕੇ ਬਰਗਾੜੀ ਦਾ ਉਹ ਇਸ਼ੂ ਸਾਡੇ ਸਾਹਮਣੇ ਆ ਜਾਂਦਾ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਇਹ ਸਾਰਾ ਕੁਝ ਕਰਨ ਵਾਲੇ ਸੋਚੇ ਸਮਝੇ ਰਣਨੀਤੀਵਾਨ ਸਨ ਅਤੇ ਉਹਨਾਂ ਨੂੰ ਐਂਟਰਟੇਨ ਕਰਨ ਵਾਲੇ ਕੌਣ ਸਨ, ਉਹਨਾਂ ਨੂੰ ਅਕੋਮੋਡੇਟ ਕਰਨ ਵਾਲੇ ਕੌਣ ਸਨ ਕਿ ਉਹ ਆਪਣੇ ਆਪ ਦੇ ਲਈ ਇਸ ਤਰ੍ਹਾਂ ਦਾ ਆਤਮ ਚਿੰਤਨ ਕਰਦੇ ਹੋਣਗੇ ਕਿ ਨਹੀਂ ਕਰਦੇ ਹੋਣਗੇ। 1947 ਦਾ ਦੌਰ ਯਾਦ ਕਰੋ ਜਦੋਂ ਵੰਡ ਹੋਈ, ਦੇਸ਼ ਉਜੜੇ, ਲੋਕਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਕਿਸ ਥਾਂ ਪਹੁੰਚਣਾ ਸੀ। ਉਸ ਦੇ ਵਿੱਚ ਜਗਤ ਸਿੰਘ ਨਾਮ ਦੇ ਇੱਕ ਸੱਜਣ ਆਉਂਦੇ ਨੇ, ਉਹ ਵੇਖਦੇ ਨੇ ਕਿ ਰਾਹ ਦੇ ਵਿੱਚ ਝਾੜੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਈ ਆ। ਉੱਥੇ ਕੁਰਲਾ ਉੱਠਦੇ ਨੇ, ਰੋਂਦੇ ਨੇ, ਆਪਣੇ ਗਲੇ ਦਾ ਸਾਫਾ ਉਤਾਰ ਕੇ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਪੇਟ ਕੇ ਉਹ ਆਪਣੇ ਨਾਲ ਲੈ ਕੇ ਆਉਂਦੇ ਨੇ ਅਤੇ ਲਗਾਤਾਰ ਜਦ ਤੱਕ ਉਹਨਾਂ ਨੇ ਆਪਣੇ ਸਾਹ ਨਹੀਂ ਛੱਡੇ, ਜਦ ਤੱਕ ਉਹ ਇਸ ਦੁਨੀਆ ਨੂੰ ਰੁਖਸਤ ਨਹੀਂ ਹੋਏ, ਉਹਨਾਂ ਨੇ ਕਹਾਣੀ ਲਗਾਤਾਰ ਆਪਣੇ ਪੁੱਤ ਪੋਤਰਿਆਂ ਤੱਕ ਸੁਣਾਈ ਅਤੇ ਜਦੋਂ ਵੀ ਸੁਣਾਉਂਦੇ ਸੀ ਉਹ ਰੋਂਦੇ ਸਨ ਕਿ ਇੰਜ ਕਰਨ ਵਾਲੇ ਉਹ ਕੌਣ ਸਨ, ਇਸ ਤਰ੍ਹਾਂ ਕਿਉਂ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਜਿਸ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਨੇ ਸਾਨੂੰ ਪੰਜਾਬ ਨੂੰ ਇੱਕ ਨਵੀਂ ਰੂਹ ਫੂਕੀ, ਸਿੱਖੀ ਮਾਡਲ ਦੇ ਅੰਦਰ ਅਸੀਂ ਚੀਜ਼ਾਂ ਨੂੰ ਤਰਤੀਬ ਦਿੱਤੀ, ਉਸ ਤਰਤੀਬ ਦੇ ਅੰਦਰ 1947 ਦੀਆਂ ਤਮਾਮ ਖਾਮੀਆਂ ਨੇ ਜਿੱਥੇ ਅਸੀਂ ਸਿਆਸੀ ਤੌਰ ਤੇ ਸੱਭਿਆਚਾਰਕ ਤੌਰ ਦੇ ਉੱਤੇ ਅਸੀਂ ਫੇਲ ਹੋਏ। ਇੰਨੇ ਸਾਲਾਂ ਬਾਅਦ ਆ ਕੇ ਜਦੋਂ 2015 ਦੀ ਇਹ ਘਟਨਾ ਵਾਪਰਦੀ ਆ, ਜਦੋਂ ਜਵਾਹਰ ਬੁਰਜ ਸਿੰਘ ਵਾਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ, ਫਿਰ ਪੋਸਟਰ ਲੱਗਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲਦੇ ਨੇ, ਉਸ ਤੋਂ ਬਾਅਦ ਧਰਨਾ ਹੁੰਦਾ ਆ, ਗੋਲੀ ਚੱਲਦੀ ਹੈ, ਲਗਾਤਾਰ ਕਮਿਸ਼ਨ ਬਣਦੇ ਨੇ, ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਆਉਂਦੀ ਹੈ, ਕੋਈ ਮੰਨਦਾ ਕੋਈ ਨਹੀਂ ਮੰਨਦਾ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਂਦੀ ਹੈ, CBI ਤੱਕ ਕੇਸ ਜਾਂਦਾ ਹੈ, ਲਗਾਤਾਰ 4 SIT ਬਣ ਚੁੱਕੀਆਂ ਨੇ, ਤਾਜ਼ਾ SIT 6 ਜਾਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਤੇ ਇਸ ਦੇ ਵਿੱਚ ਵੀ ਬਹੁਤ ਸਾਰੇ ਦਰਸ਼ਕਾਂ ਦਾ, ਬਹੁਤ ਸਾਰੇ ਪੰਜਾਬ ਵਾਸੀਆਂ ਦਾ ਸਵਾਲ ਹੈ ਕਿ ਕੀ ਇਹ ਕਮਿਸ਼ਨ ਵੀ ਉਸੇ ਤਰ੍ਹਾਂ ਚੱਲਦੇ ਰਹਿਣਗੇ। 1947 ਦੀ ਉਸ ਪੂਰੀ ਤਰਤੀਬ ਦੀ ਅਸੀਂ 75 ਸਾਲ ਬਾਅਦ ਵੀ ਅੱਜ ਬਾਤ ਪਾਉਂਦੇ ਹਾਂ ਅਤੇ 2015 ਦੇ ਇਸ ਕਾਂਡ ਬਾਰੇ ਵੀ ਕੀ ਅਸੀਂ 75 ਸਾਲ ਤੱਕ ਅਜਿਹੀਆਂ ਗੱਲਾਂ ਕਰਦੇ ਰਹਾਂਗੇ। ਇਹ ਆਪਣੇ ਆਪ ਦੇ ਵਿੱਚ ਸੋਚਣ ਦਾ, ਸਮਝਣ ਦਾ ਵੇਲਾ ਆ। ਇਹ ਸਾਰੀ ਗੱਲਬਾਤ ਨੂੰ ਲੈ ਕੇ ਅਸੀਂ ਪੰਜਾਬ ਦੇ ਸਿਆਸਤਦਾਨ ਵੀਰ ਦਵਿੰਦਰ ਸਿੰਘ ਹੋਣਾ ਕੋਲ ਆਏ ਹਾਂ। ਵੀਰ ਦਵਿੰਦਰ ਸਿੰਘ ਪੰਥਕ ਸਿਆਸਤ ਦਾ ਹਿੱਸਾ ਵੀ ਰਹੇ ਨੇ, ਉਸ ਨੂੰ ਵੇਖਦੇ ਵੀ ਰਹੇ ਨੇ ਅਤੇ ਅਜਿਹੇ ਮਸਲਿਆਂ ਨੂੰ ਉਹ ਬੜਾ ਗੌਰ ਨਾਲ ਵੇਖਿਆ ਉਹਨਾਂ ਨੇ। ਸੋ ਇਸ ਤਰਤੀਬ ਨੂੰ ਉਹਨਾਂ ਦੇ ਮਾਰਫਤ ਸਮਝਾਂਗੇ। ਵੀਰ ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਜੀ। ਮਿਹਰਬਾਨੀ। ਇਹ ਜੋ ਬੇਅਦਬੀ ਹੋਈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਨੂੰ ਇੰਝ ਲੱਗਦਾ ਕਿ ਜੋ 1947 ਦੀ ਤਰਤੀਬ ਸੀ, ਜਿਸ ਦੇ ਵਿੱਚ ਅਸੀਂ ਲਗਾਤਾਰ ਅੱਜ ਰੋਂਦੇ, ਕੁਰਲਾਉਂਦੇ, ਉੱਜੜਦੇ ਆਏ ਹਾਂ,
ਇਹ ਤਰਤੀਬ ਵੀ ਉਸੇ ਤਰ੍ਹਾਂ ਹੈ। ਕੀ ਇਸ ਦੇ ਵਿੱਚ ਵੀ ਲਗਾਤਾਰ ਸਾਨੂੰ ਰਿਪੋਰਟਾਂ ਮਿਲਣਗੀਆਂ, SIT ਮਿਲੇਗੀ, ਕਿਸੇ ਥਾਂ ਨੁਕਰੇ ਲੱਗੂਗੀ? ਅਰਜ਼ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਦਰਦ ਤੇ ਉਸ ਦੀ ਸ਼ਿੱਦਤ ਜਿਹੜੀ ਹੈ, ਇਹ ਤੇ ਅੱਜ ਵੀ ਉਸੇ ਤਰ੍ਹਾਂ ਹੈ ਲੋਕਾਂ ਦੇ ਮਨਾਂ ਵਿੱਚ, ਜੀ, ਜਿਸ ਤਰ੍ਹਾਂ ਦੀ 47 ਦੀ ਉਸ ਘਟਨਾ ਨੂੰ ਤੁਸੀਂ ਬਿਆਨ ਕੀਤਾ ਹੈ। ਮੈਂ ਬਰਗਾੜੀ ਮੋਰਚੇ 'ਚ ਗਿਆ, ਕਈ ਵਾਰੀ ਮੈਨੂੰ ਉੱਥੇ ਮੁਖਾਤਬ ਹੋਣ ਦਾ ਮੌਕਾ ਮਿਲਿਆ। ਮੈਂ ਉੱਥੇ ਲੋਕ ਇਸ ਬੇਅਦਬੀ ਨੂੰ ਲੈ ਕੇ ਤਾਹਾਂ ਮਾਰਦੇ ਦੇਖੇ ਨੇ, ਔਰ ਮੈਂ ਸਮਝ ਸਕਦਾ ਕਿ ਉਹਨਾਂ ਤਾਹਾਂ ਦੇ ਵਿੱਚ ਕਸਕ ਉਹ ਹੀ ਸੀ ਜੋ ਜਗਤ ਸਿੰਘ ਦੀ ਪੀੜਾ ਵਿੱਚ ਸੀਗੀ। ਜੀ, ਸਭ ਤੋਂ ਵੱਡੀ ਬਦਕਿਸਮਤੀ ਤਾਂ ਇਹ ਹੈ ਕਿ ਇਹ ਦੌਰ ਕੈਸਾ ਸ਼ੁਰੂ ਹੋ ਗਿਆ ਜਿਸ ਵਿੱਚ ਦੋਖੀਆਂ ਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ ਬੇਅਦਬੀ ਕਰਨ ਦੀ ਸਾਹਸ, ਉਹਦੀ ਹਿੰਮਤ ਜੁਟਾਈ। ਜੀ, ਇਹਦੇ ਪਿੱਛੇ ਕਿਹੜੀ ਵੱਡੀ ਜਿਹੜੀ ਸਾਜ਼ਿਸ਼ ਹੈ, ਜਿਸ ਸਾਜ਼ਿਸ਼ ਦੇ ਤਹਿਤ ਇਹ ਘਟਨਾਵਾਂ ਵਾਪਰੀਆਂ। ਡੇਰਾ ਸਰਸਾ ਦਾ ਮੁਖੀ ਅਤੇ ਉਸ ਦੇ ਪੈਰੋਕਾਰ ਲਗਾਤਾਰ ਜਿਹੜੀਆਂ ਸਿੱਖ ਪੰਥ ਦੀਆਂ ਰਵਾਇਤਾਂ ਨੇ ਉਹਨਾਂ 'ਤੇ ਪ੍ਰਹਾਰ ਕਰ ਰਹੇ ਨੇ। ਕਦੇ ਉਹ 10 ਪਾਤਸ਼ਾਹ ਦੀ ਪੁਸ਼ਾਕ ਦਾ ਸੁਆਗ ਰਚਾਉਂਦੇ ਨੇ, ਕਦੇ ਉਹ ਅੰਮ੍ਰਿਤ ਦੀ ਨਕਲ ਕਰਕੇ ਜਾਮ ਤਿਆਰ ਕਰਦੇ ਨੇ, ਜਾਮਾ ਇਨਸਾਨ, ਅਤੇ ਕਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਕਰਦੇ ਨੇ, ਔਰ ਉਸ ਤੋਂ ਬਾਅਦ ਉਹਦੀ ਬੇਅਦਬੀ ਕਰਦੇ ਨੇ। ਮਹਾਰਾਜ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਖਿਲਾਰਦੇ ਨੇ। ਇਹ ਆਪਣੇ ਆਪ ਵਿੱਚ ਇਹ ਸਾਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਬਣਦਾ ਹੈ। ਇੱਕ ਬਹੁਤ ਵੱਡਾ ਚੈਲੰਜ ਸੀ ਉਹਨਾਂ ਲੋਕਾਂ ਵਾਸਤੇ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਨੇ। ਪੰਜਾਬ ਵਿੱਚ 12,000 ਪਿੰਡ ਹੈ। ਸ਼ਾਇਦ ਹੀ ਕੋਈ ਪਿੰਡ ਐਸਾ ਬਦਨਸੀਬ ਹੋਵੇ ਜਿਹਦੇ ਵਿੱਚ ਗੁਰੂ ਘਰ ਦਾ ਸਥਾਨ ਨਾ ਬਣਿਆ ਹੋਵੇ, ਔਰ ਗੁਰਦੁਆਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਭਾਇਮਾਨ ਹਨ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ 'ਚ, ਗੁਰੂ ਦੁਆਰੇ ਸੋਈ ਬੂਝੈ ਜਿਸ ਨੂੰ ਆਪ ਵਿਛਾਏ ਕਰਤਾ। ਗੁਰਦੁਆਰੇ ਦੀ ਆਪਣੀ ਮਰਿਆਦਾ, ਉਹ ਸਾਰੀ ਮਰਿਆਦਾ ਇਸ ਕਰਕੇ ਤਜਵੀਜ਼ ਕੀਤੀ ਗਈ ਜਾਂ ਉਹਨੂੰ ਤਰਤੀਬ ਦਿੱਤੀ ਗਈ ਕਿਉਂਕਿ ਉੱਥੇ ਇਹ ਗੁਰੂ ਗ੍ਰੰਥ ਸਾਹਿਬ ਸਭਾਇਮਾਨ ਨੇ, ਸ਼ਬਦ ਗੁਰੂ ਸਭਾਇਮਾਨ। ਜੀ, ਉਹ ਹਰ ਪਿੰਡ ਵਿੱਚ ਸਾਡੀ ਆਸਥਾ ਦਾ, ਸਪਿਰਿਚੁਅਲ ਇਨਸਪੀਰੇਸ਼ਨ ਦਾ ਇੱਕ ਬਿੰਦੂ ਹੈ ਜੀ, ਜਿਸ ਦੇ ਸਨਮੁਖ ਅਸੀਂ ਅਰਦਾਸ ਕਰਦੇ ਹਾਂ। ਇਹ ਘਟਨਾ ਜਿਹੜੀ ਹੈ ਉਹ ਮੈਂ ਇਹ ਵੀ ਸਮਝਦਾ ਕਿ ਉਹ ਸਾਡੀ ਸਪਿਰਿਚੁਅਲਿਟੀ, ਸਾਡੀ ਰੂਹਾਨੀਅਤ ਦੀ ਜਿਹੜੀ ਤਰਜ਼ੇ ਜ਼ਿੰਦਗੀ ਹੈ ਉਸ 'ਤੇ ਵੀ ਬਹੁਤ ਵੱਡਾ ਹਮਲਾ, ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ। ਇਹ ਦੇਖਣ ਲਈ ਕਿ ਸਿੱਖ ਅੱਜ ਬਟਵਾਰਿਆਂ ਤੋਂ ਬਾਅਦ ਕਿਸ ਹੱਦ ਤੱਕ ਰੂਹਾਨੀ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ, ਸ਼ਬਦ ਗੁਰੂ ਨਾਲ ਜੁੜੇ ਹੋਏ ਨੇ। ਜੀ, 12,000 ਪਿੰਡਾਂ ਤੋਂ ਇਲਾਵਾ ਵੀ ਪੰਜਾਬ ਵਿੱਚ ਕੋਈ 50,000 ਦੇ ਕਰੀਬ ਗੁਰਦੁਆਰੇ ਨੇ। ਬਿਲਕੁਲ, ਇੱਕ ਪਿੰਡ 'ਚ 4 ਵੀ ਨੇ। ਸਮਝ ਗਏ ਨਾ? ਇਹਦੇ ਬਾਵਜੂਦ ਸਾਡੀ ਕੰਸੋਲੀਡੇਸ਼ਨ ਦਾ ਇੱਕ ਖਿੱਤਾ ਹੋਵੇ, ਇਹ ਹਿੰਮਤ ਕਿਸੇ ਦੀ ਪਵੇ ਔਰ ਪੋਸਟਰ ਲਾ ਕੇ ਚੈਲੰਜ ਕਰਕੇ। ਇਹ ਸਾਰਾ ਕੁਝ ਉਸ ਵੇਲੇ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਰਕਾਰ ਸੀ, ਜਿਹੜੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਇਹ 5ਵੀਂ ਪਾਰੀ ਸੀ ਬਤੌਰ ਮੁੱਖ ਮੰਤਰੀ। ਜੀ, ਪੁੱਤਰ ਉਹਨਾਂ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ, ਨਾਲ ਡਿਪਟੀ ਚੀਫ ਮਿਨਿਸਟਰ, ਹੋਮ ਦਾ ਮਹਿਕਮਾ ਉਸ ਦੇ ਪਾਸ। ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ,
ਇਸ ਤੋਂ ਵੱਡੀ ਤਰਾਸਦੀ ਔਰ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਰੇ ਸਿੱਖ ਪੰਥ ਲਈ ਔਰ ਚੁਣੀ ਹੋਈ ਸਰਕਾਰ ਲਈ ਕੀ ਹੋ ਸਕਦੀ ਹੈ। ਉਸ ਤੋਂ ਬਾਅਦ ਇਹ 1 ਜੂਨ ਨੂੰ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਨੇ। ਬੇਅਦਬੀ ਜਿਹੜੀ ਹੈ ਬਰਗਾੜੀ 'ਚ ਉਹ 2-3 ਮਹੀਨਿਆਂ ਬਾਅਦ ਹੁੰਦੀ ਹੈ 12 ਅਕਤੂਬਰ ਨੂੰ। ਇਹ ਜਿਹੜਾ ਪੀਰੀਅਡ ਹੈ ਇਟਸ ਅ ਕ੍ਰਿਟੀਕਲ ਵਿੰਡੋ ਪੀਰੀਅਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ। ਕਿਸੇ ਮਰੀਜ਼ ਨੂੰ ਹਾਰਟ ਅਟੈਕ ਹੋ ਗਿਆ, ਉਹਨੂੰ ਘਰੋਂ ਚੁੱਕ ਕੇ ਐਂਬੂਲੈਂਸ 'ਚ ਪਾ ਕੇ ਹਸਪਤਾਲ ਤੱਕ ਪਹੁੰਚਾਉਣ ਤੱਕ ਦਾ ਜਿਹੜਾ ਪੀਰੀਅਡ ਹੈ ਉਹਨੂੰ ਕ੍ਰਿਟੀਕਲ ਵਿੰਡੋ ਪੀਰੀਅਡ ਕਹਿੰਦੇ। ਬਿਲਕੁਲ, ਕਿਉਂਕਿ ਉਸ 1 ਜੂਨ ਨੂੰ ਜਦੋਂ ਬੇਅਦਬੀ ਹੁੰਦੀ ਆ ਜੀ, ਉਸ ਤੋਂ ਬਾਅਦ 25 ਜੂਨ ਤੱਕ ਪੋਸਟਰ ਲੱਗਦੇ ਨੇ। ਪੋਸਟਰ ਦੇ ਵਿੱਚ ਚੁਣੌਤੀ ਦਿੱਤੀ ਜਾਂਦੀ ਜੀ। ਉਹ ਚੁਣੌਤੀ ਦੇਣ ਵਾਲੇ ਵੀ ਜ਼ਹਿਨੀਅਤ ਕਿਹੋ ਜਿਹੀ ਹੋਏਗੀ, ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਵਿਸ਼ਾ ਬਣ ਜਾਂਦਾ। ਇਹ ਮੈਂ ਸਮਝਦਾ ਇਹ ਜਿਹੜਾ ਪੀਰੀਅਡ ਹੈ ਨਾ ਜੀ, ਇਹ ਪੂਰੀ ਸਿੱਖ ਕੌਮ ਦੇ ਵਾਸਤੇ ਦੇ ਇਮਤਿਹਾਨ ਦਾ ਇੱਕ ਕ੍ਰਿਟੀਕਲ ਵਿੰਡੋ ਪੀਰੀਅਡ ਸੀ। ਹਾਊ ਡੂ ਵੀ ਰਿਸਪੌਂਸ ਜੀ, ਹਾਊ ਵੀ ਰਿਸਪੌਂਡ। ਇਸ ਵਾਰ ਵੀਰ ਦਵਿੰਦਰ ਜੀ ਇਸ ਕਰਕੇ ਵੀ ਖਾਸ ਬਣ ਜਾਂਦਾ ਆ ਕਿਉਂਕਿ ਪੰਥਕ ਸਿਆਸਤ ਦਾ ਇੱਕ ਵੱਡਾ ਨਾਮ ਹੈ ਸ਼੍ਰੋਮਣੀ ਅਕਾਲੀ ਦਲ। ਪੰਥਕ ਸਿਆਸਤ ਹੋਣ ਦੇ ਬਾਵਜੂਦ, ਪੰਥਕ ਜਜ਼ਬਾਤ ਹੋਣ ਦੇ ਬਾਵਜੂਦ ਜਾਂ ਪੰਥ ਸਿਆਸਤ ਨੂੰ ਇੱਕ ਪਾਸੇ ਵੀ ਕਰ ਦਈਏ ਤੇ ਉਸ ਵਕਤ ਮੌਜੂਦਾ ਸਰਕਾਰ ਹੈ, ਇੱਕ ਕਨਸਟੀਟਿਊਸ਼ਨਲ ਜ਼ਿੰਮੇਵਾਰੀ ਦੇ ਨਾਲ ਬੈਠੀ ਹੋਈ ਸਰਕਾਰ ਹੈ। ਉਹ ਸਾਰਾ ਕੁਝ ਜਾਣਦੇ ਸਮਝਦੇ ਬੁੱਝਦੇ ਹੋਏ ਵੀ ਡੇਰਾ ਸਿਰਸਾ ਮੁਖੀ ਨੂੰ ਇੰਨਾ ਅਕੋਮੋਡੇਟ ਕਰਨਾ, ਇੰਨਾ ਐਂਟਰਟੇਨ ਕਰਨਾ, ਆਖਰੀ ਮਜਬੂਰੀ ਕੀ ਰਹੀ ਹੋਏਗੀ? ਕਿਤੇ ਨਾ ਕਿਤੇ ਵੋਟ ਸਿਆਸਤ ਨੇ ਕਨਸਟੀਟਿਊਸ਼ਨਲ ਸੋਲ ਨੂੰ ਵੀ ਤਾਂ ਖਰਾਬ ਕੀਤਾ ਨਾ। ਦੇਖੋ ਗੱਲ ਇਹ ਹੈ ਵੀ ਮੈਂ ਇਹ ਸਮਝਦਾ ਓਵਰ ਏ ਪੀਰੀਅਡ ਆਫ ਟਾਈਮ ਹੁਣ ਪੰਥਕ ਸਿਆਸਤ ਤਾਂ ਕੋਈ ਰਹੀ ਨਹੀਂ। ਤੁਸੀਂ ਇਹ ਕਹੋਗੇ ਫਿਰ ਕਿਵੇਂ? ਨਹੀਂ ਮੈਂ ਦੇਖੋ ਜਿਹੜੀ ਸੱਚਾਈ ਹੈ ਉਸ ਤੋਂ ਅੱਖਾਂ ਮੀਟਣੀਆਂ ਤਾਂ ਫਿਰ ਬੇਈਮਾਨੀ ਹੋਏਗੀ, ਵੱਡੀ ਤਰਾਸਦੀ ਹੈ, ਬੇਈਮਾਨੀ ਹੋਏਗੀ। ਠੀਕ ਹੈ ਨਾ। ਔਰ ਜਿਹੜੇ ਲੋਕ ਪੰਥ ਦੀ ਸਿਆਸਤ ਕਰਦੇ ਸੀ, ਜਿਹੜੇ ਵੱਡੇ ਲੀਡਰ ਸੀ, ਇਹ ਨਹੀਂ ਕਿ ਪੰਥ ਦੀ ਰਾਜਨੀਤੀ ਇੱਥੇ ਹੋਈ ਨਹੀਂ। ਬਹੁਤ ਵੱਡੀਆਂ ਕੁਰਬਾਨੀਆਂ ਉਸ 'ਤੇ ਤਾਬੇ ਹੋਈਆਂ ਨੇ। ਲੇਕਿਨ ਉਹ ਇੱਕ ਬੜਾ ਪਿਆਰਾ ਸ਼ੇਰ ਹੈ ਕਿ ਨਾ ਰਹਾ ਜਨੂਨੇ ਰੁਖ ਵਫਾ, ये रसन ये दार करोगे क्या, जिन्हें जुर्म इश्क पे नाज था वो गुनाहगार चले गए। ਜਿਹੜੇ ਪੰਥ ਦਾ ਦਰਦ ਰੱਖਣ ਵਾਲੇ, ਪੰਥ ਦੀ ਸਿਆਸਤ ਕਰਨ ਵਾਲੇ, ਉਹ ਲੋਕ ਇੱਕ ਇੱਕ ਕਰਕੇ ਇਸ ਵਿਸਾਤ ਤੋਂ ਚਲੇ ਗਏ ਜਾਂ ਗੁਜ਼ਰ ਗਏ ਜਾਂ ਉਹ ਲਾਂਭੇ ਹੋ ਗਏ। ਤਜਾਰਤੀ ਰਾਜਨੀਤੀ ਜਿਹੜੀ ਹੈ ਉਹ ਸਾਡੇ ਸਾਹਮਣੇ ਆ ਗਈ ਕਿਉਂਕਿ ਜਿਹੜੇ ਬੰਦੇ ਦੀ ਜਿਹੜਾ ਮਾਈਂਡ ਸੈਟ ਆ ਉਹ ਤਜਾਰਤੀ ਹੈ, ਉਹਨਾਂ ਦੀਆਂ ਤਰਜੀਹਾਂ ਜਿਹੜੀਆਂ ਨੇ ਉਹ ਤਜਾਰਤੀ ਹੋਣਗੀਆਂ ਜੀ। ਇਹ ਜਿਹੜਾ ਸੁਖਬੀਰ ਹੋਣਾ ਦਾ ਜਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦਾ, ਦੇਖੋ ਇਹ ਗੱਲ ਤਾਂ ਮੰਨਣੀ ਹੀ ਪਏਗੀ ਕਿ ਮਾਲਵੇ ਵਿੱਚ ਡੇਰਾ ਸਿਰਸਾ ਨੇ ਆਪਣੇ ਪੈਰ ਪਸਾਰੇ। ਹੁਣ ਉਹ ਡੇਰਾਵਾਦ ਨੇ ਪੈਰ ਪਸਾਰੇ, ਉਹਦੇ ਲਈ ਵੀ ਤਾਂ ਦੇਖਣਾ ਪਏਗਾ, ਕਦੇ ਤਾਂ ਘੋਖ ਕਰਨੀ ਪਏਗੀ ਕਿ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿੱਠ ਦੋ ਕੇ ਡੇਰਾਵਾਦ ਦਾ ਪਸਾਰਾ ਹੋਣਾ ਮਾਲਵੇ 'ਚ, ਜਿਸ ਦੇ ਚੱਪੇ ਚੱਪੇ ਨੂੰ 10 ਗੁਰੂ ਸਾਹਿਬਾਨ ਦੇ ਦੀ ਚਰਨ ਛੋਹ ਪ੍ਰਾਪਤ ਹੈ। ਇੰਨੇ ਇਤਿਹਾਸਕ ਗੁਰਦੁਆਰੇ ਹੋਣ, ਇੰਨੇ ਮੇਲੇ ਵਸਾਵੇ ਵਸਿਆ, ਸੰਗਰਾਂਦਾਂ ਵਿਸਾਖੀਆਂ ਭਰਦੀਆਂ ਹੋਣ, ਮਾਲਵਾ ਦੇਸ਼ ਦਾ ਵਰ ਗੁਰੂ ਗੋਬਿੰਦ ਸਿੰਘ, ਮੈਂ ਉਹੀ ਕਹਿਣਾ ਨਾ। ਇਹਦੇ ਬਾਵਜੂਦ ਇਹ ਡੇਰਾਵਾਦ ਉੱਥੇ ਪੈਰ ਪਸਾਰੇ ਤੇ ਉਸ ਕਿਸਮ ਦਾ ਡੇਰਾ ਜਿਹਦਾ ਮੁਖੀ ਅੱਜ ਬਲਾਤਕਾਰ ਦੇ ਕੇਸ ਕੈਦ ਕੱਟ ਰਿਹਾ ਹੋਵੇ, ਕਿੱਥੇ ਦਸਮ ਪਾਤਸ਼ਾਹ ਹਜ਼ੂਰ ਦੀ ਅਜ਼ਮਤ, ਸਰਬੰਸਦਾਨੀ ਦੀ, ਤੇ ਕਿੱਥੇ ਇਹ ਲੋਕ ਜਿਨ੍ਹਾਂ ਦੇ ਪਿੱਛੇ ਪੰਜਾਬ ਦਾ ਬਹੁਤ ਵੱਡਾ ਹਿੱਸਾ ਤੁਰ ਪਿਆ ਸੀ। ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਸ਼੍ਰੋਮਣੀ ਕਮੇਟੀ ਦੀ ਬੁਨਿਆਦੀ ਜ਼ਿੰਮੇਵਾਰੀ ਬਣਦੀ ਸੀ ਧਰਮ ਪ੍ਰਚਾਰ ਦੀ, ਕਿਉਂਕਿ ਅਸੀਂ ਸਾਰੀ ਸ਼੍ਰੋਮਣੀ ਕਮੇਟੀ ਜਿਹੜੀ ਸੀ ਉਹਨੂੰ ਪੋਲੀਟਿਕਸ ਲਈ ਇਸਤੇਮਾਲ ਕਰਨਾ ਸ਼ੁਰੂ ਕਰਤਾ। ਉਹਨੂੰ ਇੱਕ ਆਪਣੀ ਰਾਜਨੀਤੀ ਦੀ, ਇੱਕ ਪਰਿਵਾਰ ਨੇ ਰਾਜਨੀਤੀ ਦੀ ਸਟੇਜ ਬਣਾ ਲਿਆ ਤੇ ਧਰਮ ਪ੍ਰਚਾਰ ਜਿਹੜਾ ਸੀ ਉਹ ਠੰਡੇ ਬਸਤੇ 'ਚ ਪੈ ਗਿਆ। ਉਹ ਸਾਡੇ ਸਰੋਕਾਰਾਂ ਦਾ ਹਿੱਸਾ ਹੀ ਨਹੀਂ ਰਿਹਾ, ਇਸ ਕਰਕੇ ਬਰਬਾਦੀ ਹੋਈ। ਇਹ ਚੀਜ਼ਾਂ ਕਦੇ ਤਾਂ ਸਾਰੀ ਕੌਮ ਨੂੰ ਵਿਚਾਰਨੀਆਂ ਪੈਣਗੀਆਂ। ਇਹਨਾਂ ਦਾ ਐਨਾਲਿਸਿਸ ਕਰਨਾ, ਇਹਨਾਂ ਦਾ ਰਿਵਿਊ ਕਰਨਾ ਇਹ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ।
ਹੁਣ ਤੁਸੀਂ ਘਟਨਾਵਾਂ ਦਾ ਜ਼ਿਕਰ ਕੀਤਾ, ਦੇਖੋ ਮੈਂ ਇਸ ਨੂੰ ਇੱਕ ਗਿਰਾਵਟ ਦੀ, ਰਾਜਨੀਤੀ ਦੀ ਗਿਰਾਵਟ ਦੀ ਇੱਕ ਹੱਦ ਮੰਨਦਾ ਜੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋਏ। ਹੁਣ ਉਹ ਕਹਿੰਦੇ ਨੇ ਵੀ ਸਾਡਾ ਵੀ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ, ਬਾਰ-ਬਾਰ ਬਾਦਲ ਸਾਹਿਬ ਵੀ ਕਹਿੰਦੇ ਨੇ, ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਹੈ, ਠੀਕ ਹੈ ਜੀ 1 ਜੂਨ ਨੂੰ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਨੇ ਤੇ ਬੇਅਦਬੀ 12 ਅਕਤੂਬਰ ਨੂੰ ਹੁੰਦੀ ਹੈ। ਗਿਣ ਲਓ ਕਿੰਨੇ ਮਹੀਨੇ ਨੇ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, 5 ਮਹੀਨੇ ਹੋ ਗਏ ਸਰਕਾਰ ਹੋਵੇ ਅਕਾਲੀ ਦਲ ਦੀ। ਮੈਂ ਕਹਿੰਦਾ ਤੁਸੀਂ ਸੱਦਾ ਦਿੰਦੇ ਬਈ ਸਾਰੀ ਸੰਗਤ ਜਿਹੜੀ ਹੈ ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਛਾਣ ਮਾਰੋ, ਸਰੂਪ ਲੱਭੋ ਮਹਾਰਾਜ ਦੇ। ਜੇ ਸਾਡੀਆਂ ਰਗਾਂ 'ਚ ਖੂਨ ਦੌੜਦਾ ਹੈ ਔਰ ਜੇ ਅਸੀਂ ਆਪਣੇ ਆਪ ਨੂੰ ਵਾਰਸ ਮੰਨਦੇ ਹਾਂ ਔਰ ਗੁਰੂ ਸਾਹਿਬ ਮਹਾਰਾਜ ਦੀ ਅਜ਼ਮਤ ਦੀ, ਉਸ ਵਿਰਾਸਤ ਦੇ ਅਸੀਂ ਆਪਣੇ ਆਪ ਨੂੰ ਵਾਰਸ ਮੰਨਦੇ ਹਾਂ, ਨੀਂਦ ਕਿਵੇਂ ਆ ਜਾਏ? ਉਹ ਜਗਤ ਸਿੰਘ ਦੀ ਜਿਹੜੀ ਸੋਚ ਹੈ ਜਾਂ ਜਗਤ ਸਿੰਘ ਦਾ ਦਰਦ ਅੱਜ ਕੌਮ ਦੀ ਸੋਚ 'ਤੇ ਬਰਪਾ ਕਿਉਂ ਨਹੀਂ ਹੈ? ਕਿਉਂ ਨਾ ਸਾਰੀ ਕੌਮ ਇਕੱਠੀ ਹੋ ਕੇ ਤੁਰੀ? ਅਸੀਂ 5 ਮਹੀਨੇ ਦਿੱਤੇ, ਅਸੀਂ ਆਪ ਵੀ ਦੋਸ਼ੀ ਹਾਂ, ਸਰਕਾਰ ਤਾਂ ਦੋਸ਼ੀ ਹੈ ਹੀ। ਮੈਂ ਕਹਿੰਦਾ ਇੰਨੀ ਪੁਲਿਸ ਹੈ ਚੱਪਾ ਛਾੜ ਮਾਰਦੇ ਵੀ ਕੋਈ ਕੰਮ ਨਹੀਂ ਹੋਏਗਾ, ਕੋਈ ਸਰਕਾਰ ਨਹੀਂ ਗੌਰ ਕੰਮ ਕਰੇਗੀ ਜਦ ਤੱਕ ਗੁਰੂ ਮਹਾਰਾਜ ਦੇ ਸਰੂਪ ਉਸੇ ਹਾਲਤ ਵਿੱਚ ਉਹਨਾਂ ਨੂੰ ਵਾਪਸ ਨਹੀਂ ਲਿਆ ਕੇ ਸੁਭਾਇਮਾਨ ਕੀਤਾ ਜਾਂਦਾ। ਨਥਿੰਗ ਹੈਪਨਡ। ਐਡੀ ਸ਼ਰਮਨਾਕ ਗੱਲ ਕਿ ਤੁਸੀਂ ਉਹਨਾਂ ਲੋਕਾਂ ਨਾਲ ਨੈਗੋਸ਼ੀਏਟ ਕਰ ਰਹੇ ਹੋ ਜਿਨ੍ਹਾਂ ਨੇ ਇਸ਼ਤਿਹਾਰ ਲਾਏ। ਇਦੋਂ ਵੱਡਾ ਮੈਂ ਕਹਿੰਦਾ ਬਈ ਡਾਸਟਰਡਲੀ ਚੈਲੰਜ ਕਿਸੇ ਕਮਿਊਨਿਟੀ ਵਾਸਤੇ ਹੋਰ ਕੀ ਹੋ ਸਕਦਾ? ਮੇਰੇ ਯਾਦ ਹੈ ਕਿ ਜਦੋਂ ਬਰਗਾੜੀ ਮੋਰਚਾ ਲੱਗਾ ਸੀ, ਤੁਸੀਂ ਇਸ਼ਾਰਾ ਇਹ ਵੀ ਕੀਤਾ ਸੀ ਕਿ ਅਜੀਤ ਡੋਵਾਲ ਹੁਣੀ ਇਹ ਸਾਰੇ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਅਕੋਮੋਡੇਟ ਕਰ ਰਹੇ ਆ। ਉਸ ਦਾ ਕੀ ਆਧਾਰ ਸੀ? ਦੇਖੋ ਗੱਲ ਇਹ ਹੈ ਬਈ ਏਡੀ ਵੱਡੀ ਇੱਕ ਜਥੇਬੰਦਕ ਸਾਜ਼ਿਸ਼ ਨੂੰ ਸਰ ਅੰਜਾਮ ਦੇਣਾ। ਦੇਖੋ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੁੱਕ ਲੈਣੇ, ਤੁਸੀਂ ਇਹ ਸਮਝੋ ਵੀ ਸਾਡੇ ਕੌਮ ਦੇ ਕਾਲਜੇ ਨੂੰ ਹੱਥ ਪਾ ਲਿਆ ਜੀ। ਇਹ ਕਾਲਜੇ ਨੂੰ ਹੱਥ ਪਾਉਣ ਦਾ ਦਮ ਕਿਸੇ ਡੇਰੇ ਦੇ ਵਿਭਚਾਰੀ ਮੁਖੀ 'ਚ ਨਹੀਂ ਹੋ ਸਕਦਾ। ਕਰੈਕਟਰ ਤੋਂ ਡਿੱਗਿਆ ਹੋਇਆ ਜਿਹੜਾ ਬੰਦਾ ਹੋਵੇ ਉਹ ਏਡਾ ਵੱਡਾ ਸਾਹਸ ਨਹੀਂ ਕਰ ਸਕਦਾ, ਏਡੀ ਵੱਡੀ ਖੁੰਖਾਰ ਕੌਮ ਦੇ ਨਾਲ 10 ਪੰਜਾ ਲੈਣਾ। ਇਹਦੀ ਸਾਜ਼ਿਸ਼ ਦੀਆਂ ਜੜ੍ਹਾਂ ਕਿਤੇ ਹੋਰ ਨੇ ਔਰ ਇਹਦੀ ਸਾਜ਼ਿਸ਼ ਦੀਆਂ ਜੜ੍ਹਾਂ ਉਹਨਾਂ ਮਹਿਲਾ ਮੁਨਾਰਿਆਂ 'ਚ ਨੇ ਜਿਹੜੇ ਇਸ ਕੌਮ ਨੂੰ ਵੱਧਦੀ ਫੁੱਲਦੀ ਨਹੀਂ ਦੇਖਣਾ ਚਾਹੁੰਦੇ ਔਰ ਇਸ ਨੂੰ ਹਰ ਪੱਖੋਂ ਕਰਟੇਲ ਕਰਕੇ ਰੱਖਣਾ ਚਾਹੁੰਦੇ ਨੇ, ਕੰਟੇਨ ਕਰਕੇ ਰੱਖਣਾ ਚਾਹੁੰਦੇ ਨੇ। ਇਸ ਕਰਕੇ ਉਹ ਜਿਹੜੀ ਜੋ ਵੀ ਘਟਨਾਵਾਂ ਵਾਪਰ ਰਹੀਆਂ ਸੀ ਉਹਦੇ 'ਚ ਜਿਹੜੀ ਡਾਇਰੈਕਸ਼ਨ ਸੀ, ਚਾਹੇ ਕੇਸ CBI ਨੂੰ ਗਏ, ਚਾਹੇ ਜੋ ਕੁਝ ਵੀ ਹੋਇਆ ਉਹਨਾਂ, ਚਾਹੇ ਗੋਲੀ ਚੱਲੀ ਜਾਂ ਉਸ ਤੋਂ ਬਾਅਦ ਦਾ ਸਮਾਂ ਸੀ, ਉਹਦਾ ਡਾਇਰੈਕਟ ਕੰਟਰੋਲ ਮੇਰੀ ਇਤਲਾਹ ਦੇ ਮੁਤਾਬਕ ਅਜੀਤ ਡੋਵਲ ਦੇ ਪਾਸ ਸੀ। ਅਜੀਤ ਡੋਵਲ ਜੋ ਪ੍ਰਾਈਮ ਮਿਨਿਸਟਰ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗਾ ਜੀ। ਤੇ ਇਸ ਕਰਕੇ ਮੈਂ ਉੱਥੇ ਕਿਹਾ ਸੀ ਕਿ ਤੁਸੀਂ ਖਬਰਦਾਰ ਰਹੋ, ਇਹ ਤਾਰ ਕਿਸੇ ਹੋਰ ਪਾਸਿਓਂ ਹਿੱਲ ਰਹੀ ਹੈ, ਤੁਹਾਨੂੰ ਨਿਆਂ ਨਹੀਂ ਮਿਲਣਾ, ਕਿਉਂਕਿ ਡਾਇਰੈਕਸ਼ਨ ਅਜੀਤ ਡੋਵਲ ਦੀ ਚੱਲ ਰਹੀ ਹੈ। ਪੁਲਿਸ ਦੀਆਂ ਪੋਸਟਿੰਗ ਅਜੀਤ ਡੋਵਲ ਕਰ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਇਖਲਾਕੀ ਤੌਰ 'ਤੇ ਇੱਕ ਅਜੀਬ ਕਿਸਮ ਦੇ ਬੰਧਨ ਵਿੱਚ ਮੁਬਤਲਾ ਸੀ ਜੀ। ਉਹ ਮਾਮਲਾ, ਉਹ ਦੁੱਖ ਦੀ ਰਾਗ ਸੀ ਅਰੂਸਾ ਆਲਮ ਦੀ। ਇਹ ਜ਼ਿਕਰ ਆ ਗਿਆ ਕਿਉਂਕਿ ਇੱਕ ਵਿਦੇਸ਼ੀ ਮਹਿਲਾ ਪੱਤਰਕਾਰ ਜਿਹੜੀ ਪਾਕਿਸਤਾਨ ਦੇ ਡਿਫੈਂਸ ਮਾਮਲਿਆਂ ਨਾਲ ਜੁੜੀ ਹੋਵੇ, ਉਹਨਾਂ ਨੂੰ ਰਿਪੋਰਟ ਕਰਦੀ ਹੋਵੇ, ਜਿਸ ਦੀ ਮਾਤਾ ਦੇ ਜਿਹੜੇ ਤਾਲੁਕ ਜਿਹੜੇ ਨੇ ਗਹਿਰੇ ਤਾਲੁਕ ਪਾਕਿਸਤਾਨ ਦੇ ਫੌਜੀ ਜਰਨੈਲਾਂ ਨਾਲ, ਉੱਥੋਂ ਦੇ ਜਿਹੜਾ ਤਾਨਾਸ਼ਾਹ ਪ੍ਰੈਜ਼ੀਡੈਂਟ ਸੀ ਉਹਨਾਂ ਨਾਲ ਨਾ ਜੁੜਦਾ ਹੋਵੇ, ਉਹਨਾਂ ਦੀਆਂ ਆਸ਼ਨਾਈਆਂ ਦਾ ਜ਼ਿਕਰ ਹੁੰਦਾ ਹੋਵੇ। ਉਸ ਦੀ ਧੀ ਪੰਜਾਬ ਦੇ ਮੁੱਖ ਮੰਤਰੀ
ਦੀ ਰਿਹਾਇਸ਼ 'ਚ ਲਗਾਤਾਰ ਉੱਥੇ ਰਵੇ ਤੇ ਇਸ ਕਿਸਮ ਦੀਆਂ ਸਰਗੋਸ਼ੀਆਂ ਲੋਕਾਂ ਵਿੱਚ ਪਹੁੰਚ ਜਾਣ ਕਿ ਸਾਰੀ ਗਵਰਨੈਂਸ ਜਿਹੜੀ ਹੈ ਸਟੇਟ ਦੀ ਉਹ ਆਊਟਸੋਰਸ ਕਰ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ ਰੂਸਾ ਆਲਮ ਨੂੰ। ਰੂਸਾ ਆਲਮ ਪੋਸਟਿੰਗ ਕਰ ਰਹੀ ਹੈ ਔਰ ਜਿਹੜੇ ਬੰਦੇ ਹੁਣ ਇਹ ਤਾਂ ਸਾਰੀ ਦੁਨੀਆ 'ਚ ਉਹ ਵਾਇਰਲ ਹੋਈ ਫੋਟੋ ਜਦੋਂ DGP ਅਪੁਆਇੰਟ ਹੁੰਦਾ ਹੈ ਮਿਸਟਰ ਦਿਨਕਰ ਗੁਪਤਾ ਤੇ ਉਹ ਆਸ਼ੀਰਵਾਦ ਰੂਸਾ ਆਲਮ ਤੋਂ ਲੈਣ ਜਾਂਦਾ ਹੈ। ਦਵਿੰਦਰ ਜੀ, ਇਹ ਵੀ ਮੰਦਭਾਗਾ ਆ ਕਿ ਹਜੇ ਪਿਛਲੇ ਹਫਤੇ ਚੀਕੂ ਤੇ ਸੀਤਾਫਲ ਦੇ ਨਾਲ ਰਿਲੇਟਡ ਇੱਕ ਵੀਡੀਓ ਰੂਸਾ ਦੀ ਵਾਇਰਲ ਹੁੰਦੀ ਹੈ। ਮੈਂ ਉੱਥੇ ਆਉਣਾ ਚਾਹੁੰਦਾ। ਉਹ ਇੱਕ ਦੁੱਖ ਦੀ ਰਗ ਜਿਹੜੀ ਸੀ ਉਹ ਮੈਂ ਸਮਝਦਾ ਕਿ ਅਜੀਤ ਡੋਵਲ ਦੇ ਪਾਸ ਸੀ। ਓਕੇ, ਉਹ ਬਾਰ-ਬਾਰ ਇਹਨੂੰ ਇਹ ਪੁੱਛਦੇ ਵੀ ਸੀ ਜਾਂ ਦੱਸਦੇ ਵੀ ਸੀ ਕਿ ਇਹ ਕਿਹੜੇ ਰਾਈਟ ਦੇ ਮੁਤਾਬਕ ਆਫੀਸ਼ੀਅਲ ਰੈਜ਼ੀਡੈਂਸ ਤੁਸੀਂ ਇੱਕ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਪਾਕਿਸਤਾਨ ਦੀ ਨਾਗਰਿਕ ਉੱਥੇ ਰੱਖੀ ਹੋਈ ਹੈ ਜੀ। ਉੱਥੇ ਗਵਰਨੈਂਸ ਦੀਆਂ ਸਾਰੀਆਂ ਮਸ਼ਕਾਂ ਹੁੰਦੀਆਂ ਨੇ ਐਂਡ ਸ਼ੀ ਇਜ਼ ਵਾਚਿੰਗ, ਸ਼ੀ ਇਜ਼ ਰਿਪੋਰਟਿੰਗ। ਤੇ ਮੇਰਾ ਖਿਆਲ ਹੈ ਉਸ ਪ੍ਰੈਸ਼ਰ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਫਿਰ ਆਪਣਾ ਨਿਵਾਸ ਸਥਾਨ ਸ਼ਿਫਟ ਕੀਤਾ। ਹੁਣ ਇਹ ਕਿਸੇ ਨੇ ਨਹੀਂ ਪੁੱਛਿਆ, ਕਾਂਗਰਸ ਦੇ ਕਿਸੇ ਲੀਡਰ ਨੇ, ਕਿਉਂਕਿ ਉਹਨਾਂ 'ਚ ਦਮ ਹੀ ਨਹੀਂ ਇੰਨਾ, ਮਰ ਚੁੱਕੀ ਉਹਨਾਂ ਦੀ ਜ਼ਮੀਰ, ਕਿ ਮੁੱਖ ਮੰਤਰੀ ਆਪ ਦੀ ਸਰਕਾਰੀ ਰਿਹਾਇਸ਼ ਛੱਡ ਕੇ ਪ੍ਰਾਈਵੇਟ ਰਿਹਾਇਸ਼ ਬੈਠ ਗਿਆ। ਉੱਥੇ ਫਿਰ ਰੂਸਾ ਨਾਲ ਜਾਂਦੀ ਹੈ। ਹਾਂਜੀ, ਕਿਸੇ ਨੇ ਇਹ ਨਹੀਂ ਪੁੱਛਿਆ ਵੀ ਇਹ ਐਡੇ ਐਡੇ ਹੁਕਮ ਚਲਾਉਂਦੀ ਆ ਜਿਹੜਾ ਖੂਬੀ ਰਾਮ ਹੈ, ਹੀ ਰਿਟਾਇਰਡ ਐਜ਼ IG, ਲੇਕਿਨ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਨੂੰ ਰੀਇੰਪਲਾਈ ਕੀਤਾ, ਇੱਕ ਰੈਂਕ ਉੱਪਰ ਦੇ ਕੇ ADGP ਦਾ ਰੈਂਕ ਦੇਤਾ ਔਰ ਰੂਸਾ ਉਹਦੇ ਨਾਲ ਅਰਦਲੀਆਂ ਵਰਗਾ ਸਲੂਕ ਕਰ ਰਹੀ ਸੀ। ਕਦੇ ਉਹ ਚਾਹ ਪਰੋਸ ਰਿਹਾ, ਕਦੇ ਉਹਨੂੰ ਕੌਫੀ ਪਿਲਾ ਰਿਹਾ। ਇਹ ਗੱਲਾਂ ਅਸੀਂ ਸੁਣੀਆਂ ਸੀ, ਲੇਕਿਨ ਮੈਂ ਉਹੀ ਕਹਿ ਰਿਹਾ, ਮੈਂ ਉੱਥੇ ਆ ਰਿਹਾ ਤੁਹਾਡੀ ਗੱਲ ਤੇ। ਇਹ ਹਾਸੋਹੀਣਾ ਲੋਕ ਟ੍ਰੋਲ ਕਰ ਰਹੇ ਨੇ, ਪਰ ਇਹ ਟ੍ਰੋਲ ਹੋਣਾ ਨਹੀਂ ਚਾਹੀਦਾ। ਇਹ ਗੱਲ ਬੜੀ ਗੰਭੀਰਤਾ ਬੜੀ ਗੰਭੀਰ ਹੈ, ਬੜੀ ਸ਼ਰਮਨਾਕ ਹੈ ਜੀ। ਔਰ ਹੁਣ ਜਦੋਂ ਉਹਨੂੰ ਵੀਜ਼ਾ ਨਹੀਂ ਦਿੱਤਾ ਭਾਰਤ ਸਰਕਾਰ ਨੇ, ਚੰਗਾ ਕੀਤਾ ਕਿ ਉਹ ਜਾਗੇ, ਪਰ ਬੜੀ ਲੇਟ ਜਾ ਕੇ। ਹੁਣ ਤਾਂ ਵਕਤ ਹੀ ਥੋੜਾ ਰਹਿ ਗਿਆ। ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਸੀ ਵੀ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ, ਚਾਹੇ ਜਿਹੜੀਆਂ ਏਜੰਸੀਆਂ ਨੇ ਉਹ ਕਰਨ, ਉਹ ਬੋਲਣ ਤੇ ਸਹੀ ਨਾ। ਕਾਂਗਰਸ ਤਾਂ ਬੋਲਦੀ ਨਹੀਂ, ਨਾ ਸੋਨੀਆ ਗਾਂਧੀ ਬੋਲੀ ਆ, ਨਾ ਰਾਹੁਲ ਗਾਂਧੀ ਬੋਲਿਆ। ਲੇਕਿਨ ਹੁਣ ਉਹ ਵੀਡੀਓ ਆ ਗਈ ਜੀ, ਜਿਹਦੇ 'ਚ ਉਹ ਕੈਪਟਨ ਅਮਰਿੰਦਰ ਨਾਲ ਗੁਫ਼ਤਗੂ ਕਰ ਰਹੀ ਹੈ। ਫਿਰ ਉਸ ਤੋਂ ਕਦੇ ਚੀਕੂਆਂ ਬਾਰੇ ਪੁੱਛਦੀ ਹੈ, ਕਦੇ ਸੀਤਾਫਲ ਬਾਰੇ ਪੁੱਛਦੀ ਹੈ, ਜਾਣਕਾਰੀ ਲੈ ਰਹੀ ਹੈ। ਉਹ ਕਿਹੜੇ ਬਾਗ ਨੇ ਜਿਨ੍ਹਾਂ ਦੀ ਉਹ ਗੱਲ ਕਰ ਰਹੀ ਹੈ। ਉਹ ਬਾਗ ਜਿਹੜੇ ਨੇ ਉਹ ਪਟਿਆਲੇ ਦੇ ਮੋਤੀ ਬਾਗ ਦੇ ਬਾਗ ਨੇ, ਜਾਂ ਉਹ ਬਾਗ ਜਿਹੜੇ ਨੇ ਉਹ ਪਹਾੜਾਂ ਦੇ ਬਾਗ ਨੇ, ਚਹਿਲ ਦੇ ਬਾਗ ਨੇ, ਜਾਂ ਉੱਪਰ ਇੱਕ ਮਹਿਲ ਬਣਾਇਆ ਹੈਗਾ ਕੰਡਿਆਲੀ, ਉੱਥੋਂ ਦੇ ਬਾਗਾਂ ਦੀ ਗੱਲ ਕਰਦੀ ਹੈ। ਜਾਂ ਫਿਰ ਇਹ ਜਿਹੜਾ ਨਵਾਂ ਮਹਿਲ ਬਣਾਇਆ ਹੈਗਾ ਸਿਸਵਾਂ ਫਾਰਮ, ਉੱਥੋਂ ਦੇ ਚੀਕੂ ਦੀ ਗੱਲ ਕਰ ਰਹੀ ਹੈ। ਔਰ ਮੈਂ ਤਾਂ ਇਹ ਵੀ ਕਹਿਣਾ ਵੀ ਉਹ ਗੱਲ ਸੱਚਮੁੱਚ ਚੀਕੂ ਤੇ ਸੀਤਾਫਲ ਦੀ ਹੀ ਕਰ ਰਹੀ ਹੈ, ਜਾਂ ਕੋਈ ਕੋਡ ਵਰਡਸ ਨੇ ਜਿਨ੍ਹਾਂ ਬਾਰੇ ਉਹ ਜਾਣਕਾਰੀ ਲੈਣਾ ਚਾਹੁੰਦੀ ਹੈ कि मुझे चीकू का बताओ, मुझे सीताफल के बारे में बताओ। इन्नी फिक्रमंदी इस्लामाबाद च बैठी एक महिला चीफ मिनिस्टर नाल गल कर रही, फिर उन्होंने कहती है कि खूबी राम की आप ड्यूटी लगाएं, वो रेकी करें। रेकी शब्द रेकी वरती है, कादी रेकी करवानी है कि ये खूबी राम वर्गे बंदे ADGP रैंक दे के इन्हों इन्नियां तनख्वाहां दे के ਉਹਦੇ ਬਗੀਚਿਆਂ ਦੀ ਰੈਕੀ ਕਰਵਾਉਣ ਲਈ ਰੱਖਿਆ ਅਮਰਿੰਦਰ ਸਿੰਘ ਨੇ ਜੀ। ਇਹ ਆਪਣੇ ਆਪ ਵਿੱਚ ਸ਼ਰਮਨਾਕ ਗੱਲ ਹੈ। ਪੰਜਾਬ ਦੀ ਜਿਹੜੀ ਇਕਨੋਮੀ ਹੈਗੀ ਹੈ ਉਹ ਰੈਕ ਹੋ ਚੁੱਕੀ ਹੈ। ਪੰਜਾਬ ਭਿਖਾਰੀ ਬਣ ਗਿਆ, ਪੰਜਾਬ ਕਰਜ਼ਦਾਰ ਬਣ ਗਿਆ, ਤੇ ਸਰਦਾਰਾਂ ਦਾ ਪੰਜਾਬ, ਕਰਜ਼ਦਾਰਾਂ ਦਾ ਪੰਜਾਬ ਬਣ ਗਿਆ। ਬਿਮਾਰੀ ਫੈਲੀ ਹੋਈ ਹੈ। ਕਿਸਾਨ ਜਿਹੜਾ ਹੈਗਾ ਬਾਰਡਰ ਤੇ ਬੈਠਾ ਹੈ, ਕਿਸਾਨ ਨਾਲ ਐਡਾ ਧੱਕਾ ਹੋ ਗਿਆ, ਐਡਾ ਗੰਭੀਰ ਮਸਲਾ ਸਾਡੇ ਸਾਹਮਣੇ। ਔਰ ਕਿਸਾਨ ਦੀ ਜਿਹੜੀ ਤਰਾਸਦੀ ਹੈ ਉਹ ਝੱਲੀ ਨਹੀਂ ਜਾਂਦੀ। ਔਰਤਾਂ, ਬੱਚੇ, ਲੜਕੀਆਂ, ਸਾਡੇ ਬਜ਼ੁਰਗ ਉੱਥੇ ਬਾਰਡਰਾਂ ਤੇ ਬੈਠੇ ਨੇ। ਰੋਜ਼ ਉੱਥੋਂ ਬੰਦਿਆਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਆਉਂਦੀਆਂ। ਹਸਪਤਾਲਾਂ ਵਿੱਚ ਬੈੱਡ ਨਹੀਂ, ਦਵਾਈਆਂ ਨਹੀਂ ਹੈਗੀਆਂ, ਸ਼ਮਸ਼ਾਨਾਂ ਵਿੱਚ ਜਗ੍ਹਾ ਨਹੀਂ ਰਹੀ, ਕਬਰਸਤਾਨਾਂ ਵਿੱਚ ਜਗ੍ਹਾ ਨਹੀਂ ਰਹੀ। ਇਹੋ ਜਿਹੇ ਮੌਕੇ ਪੰਜਾਬ ਦੇ ਚੀਫ ਮਿਨਿਸਟਰ ਨੂੰ
ਕੋਲ ਟਾਈਮ ਹੈ ਕਿ ਉਹ ਆਪਣਾ ਰੂਸਾ ਵਰਗੀ ਮਹਿਲਾ ਨਾਲ ਇਸ਼ਕ ਲੜਾ ਰਿਹਾ, ਕਲੋਲਾਂ ਕਰ ਰਹੇ ਨੇ। ਇਹ ਤਾਂ ਆਪਣੇ ਆਪ 'ਚ ਹੀ ਸਾਡੇ ਲਈ ਇੱਕ ਡੁੱਬ ਜਾਣ ਦਾ ਮੁਕਾਮ ਹੈ। ਔਰ ਇਹ ਕਿਉਂ ਨਹੀਂ ਕੋਈ ਚੱਕ ਰਿਹਾ? ਮੀਡੀਆ ਕਿਉਂ ਨਹੀਂ? ਇਹ ਕਿਹੜੀ ਪ੍ਰਾਈਵੇਟ ਗੱਲ ਹੈ? ਕੋਈ ਪ੍ਰਾਈਵੇਟ ਜ਼ਿੰਦਗੀ ਨਹੀਂ ਹੁੰਦੀ ਮੁੱਖ ਮੰਤਰੀ ਦੀ। ਵੈਨ ਯੂ ਆਰ ਇਨ ਪਬਲਿਕ ਲਾਈਫ, ਵੈਨ ਯੂ ਆਰ ਇਲੈਕਟਡ, ਤੁਹਾਡਾ ਦਿਨ ਰਾਤ ਹਰ ਪਲ ਜਿਹੜਾ ਹੈਗਾ ਉਹ ਲੋਕਾਂ ਦੇ ਹਵਾਲੇ ਆ ਜੀ। ਪੁੱਛਣਾ ਚਾਹੀਦਾ ਸੀ। ਮੈਂ ਹੁਣ ਵੀ ਕਹਿਣਾ ਕਿ NIA ਨੂੰ ਇਹ ਪੜਤਾਲ ਕਰਨੀ ਚਾਹੀਦੀ ਹੈ ਇਸ ਵੀਡੀਓ ਦੀ। ਔਰ ਇਹ ਜਿਹੜਾ ਖੂਬੀ ਰਾਮ ਹੈਗਾ ਉਹਦੀਆਂ ਕੀ ਡਿਊਟੀਆਂ ਸੀ? ਹੀ ਇਜ਼ ਏ DGP, ਹੀ ਕੈਨ ਗੋ, ਹੀ ਕੈਨ ਵਿਜ਼ਿਟ ਟੂ ਅਵਰ ਡਿਫੈਂਸ ਇੰਸਟਾਲੇਸ਼ਨ ਆਲਸੋ। ਚੰਡੀ ਮੰਦਰ ਬੜੀ ਨੇੜੇ ਹੈ। ਉਹ ਕਿਹੜੀ ਚੀਜ਼ ਦੀ ਰੈਕੀ ਕਰਵਾ ਰਹੀ ਹੈ? ਘੱਟੋ ਘੱਟ ਜੇ ਉਹ ਰੈਕੀ ਆਪਣੇ ਬਗੀਚੇ ਦੀ ਕਰਾ ਰਹੀ ਹੈ ਫਿਰ ਵੀ ਸ਼ਰਮਨਾਕ ਗੱਲ ਹੈ। ਇੱਕ ADGP ਰੈਂਕ ਦਾ ਬੰਦਾ, ਉਹ ਮਾਲੀ ਤਾਂ ਨਹੀਂ ਹੈ ਰੂਸਾ ਦਾ, ਤੇ ਜੇ ਉਹ ਕੋਈ ਹੋਰ ਰੈਕੀ ਕਰਾ ਰਹੀ ਹੈ ਉਹ ਹੋਰ ਵੀ ਵੱਧ ਗੰਭੀਰ ਗੱਲ ਹੈ। ਮੈਂ ਤੇ ਭਾਰਤ ਸਰਕਾਰ ਨੂੰ ਕਹਾਂਗਾ, ਡੋਵਲ ਨੂੰ ਵੀ ਕਹਾਂਗਾ ਕਿ NIA ਤੋਂ ਇਸ ਵੀਡੀਓ ਦੀ ਪੜਤਾਲ ਤਾਂ ਕਰਾਓ। ਮੈਂ ਤੇ ਅਮਰਿੰਦਰ ਸਿੰਘ ਨੂੰ ਵੀ ਕਹਾਂਗਾ, ਉਹ ਵੀ ਆਪਣਾ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਦੱਸਣ ਵੀ ਉਹ ਆਵਾਜ਼ ਉਹਨਾਂ ਦੀ ਸੀ ਜਾਂ ਕੋਈ ਮਮਿਕਰੀ ਕਰ ਰਿਹਾ ਸੀ, ਕਿਉਂਕਿ ਉਹਨਾਂ ਦੀ ਤਸਵੀਰ ਤਾਂ ਆਈ ਨਹੀਂ। ਰੂਸਾ ਆਲਮ ਤਾਂ ਨਜ਼ਰ ਆ ਰਹੀ ਹੈ ਤਸਵੀਰ 'ਚ, ਲੇਕਿਨ ਦੂਜੇ ਪਾਸੇ ਆਵਾਜ਼ ਹੈ ਅਮਰਿੰਦਰ ਸਿੰਘ ਦੀ। ਜਿੰਨਾ ਕੁ ਮੈਂ 40 ਸਾਲ ਤੋਂ ਜਾਣਦਾ, ਮੈਨੂੰ ਤਾਂ ਉਹਨਾਂ ਦੀ ਆਵਾਜ਼ ਲੱਗਦੀ ਹੈ। ਪਰ ਇਹ ਕੋਈ ਬੰਦਾ ਪਲਾਂਟ ਵੀ ਕੀਤਾ ਜਾ ਸਕਦਾ ਹੈ। ਇਹ ਅਮਰਿੰਦਰ ਸਿੰਘ ਨੂੰ ਕੋਈ ਸਪਸ਼ਟੀਕਰਨ ਤਾਂ ਦੇਣਾ ਚਾਹੀਦਾ ਹੈ ਵੀ ਉਹ ਆਵਾਜ਼ ਉਹਨਾਂ ਦੀ ਹੈ ਜਾਂ ਨਹੀਂ। ਜੇ ਉਹਨਾਂ ਦੀ ਹੈ ਤਾਂ ਉਹਨਾਂ ਨੂੰ ਇਹ ਵਕਤ ਕਿੱਥੋਂ ਮਿਲ ਗਿਆ? ਜੇ ਉਹਨਾਂ ਦੀ ਨਹੀਂ ਤਾਂ ਇਹਦੀ ਪੜਤਾਲ ਕਿਉਂ ਨਹੀਂ ਕਰਾਉਂਦੇ? ਤੁਹਾਡਾ ਜਿਹੜਾ ਇੱਕ ਓਵਰਆਲ ਇਸ਼ਾਰਾ ਆ ਉਹ ਇਹ ਹੈ ਕਿ ਇਸ ਤੋਂ ਪਹਿਲਾਂ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਵੀ ਕਨਸਟੀਟਿਊਸ਼ਨ ਲੈਵਲ ਤੇ ਫੇਲੀਅਰ ਰਹੀ ਹੈ, ਮੌਜੂਦਾ ਸਰਕਾਰ ਵੀ ਉਸੇ ਤਰ੍ਹਾਂ ਸਫਲ ਨਹੀਂ ਰਹੀ। ਇਸ ਦੇ ਵਿੱਚ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ, ਫਿਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, 4 SIT ਬਣ ਗਈਆਂ, ਹੁਣ ਨੌਨਿਹਾਲ ਸਿੰਘ ਦੇ ਨਿਗਰਾਨੀ ਦੇ ਵਿੱਚ ਹੈ। ਕੋਈ ਕਿਸੇ ਗੱਲ ਸਿਰੇ ਲੱਗੇਗੀ ਜਾਂ ਤੁਹਾਨੂੰ ਕੀ ਲੱਗਦਾ ਆ ਕਿ ਇਹ ਇਸੇ ਤਰ੍ਹਾਂ ਕਮਿਸ਼ਨ ਦਰ ਕਮਿਸ਼ਨ ਬਣਦੇ ਰਹਿਣਗੇ? 1984 ਦਿੱਲੀ ਦੇ ਵੀ ਮੈਂ ਦੇਖ ਰਿਹਾ ਲਗਾਤਾਰ ਜਿਉਂ ਮਿਸ਼ਰਾ ਰਿਪੋਰਟ ਤੋਂ ਲੈ ਕੇ ਨਾਨਾਵਟੀ ਤੱਕ 12-13 ਕਮਿਸ਼ਨ ਬਣ ਗਏ। ਲੋਕ ਉਸੇ ਤਰ੍ਹਾਂ ਮਰ ਜਾਂਦੇ ਨੇ, ਇਨਸਾਫ ਦੀ ਦਰਕਾਰ ਰੱਖਦੇ ਆ। ਇਹ ਗੱਲ ਕਿੱਥੇ ਕਿਸੇ ਸਿਰੇ ਲੱਗੇਗੀ ਜਾਂ ਨਹੀਂ ਲੱਗੇਗੀ? ਦੇਖੋ, ਅਰਜ਼ ਇਹ ਹੈ, ਮੇਰਾ ਤਾਲੁਕ ਇੱਕ ਪੁਲਿਸ ਫੈਮਿਲੀ ਨਾਲ ਹੈ। ਮੇਰੇ ਪਿਤਾ ਜੀ ਪੁਲਿਸ ਅਫਸਰ ਸੀਗੇ ਜੀ, ਤੇ ਉਹ ਬਿਹਤਰੀਨ ਤਫਤੀਸ਼ੀ ਮੰਨੇ ਗਏ ਸੀ ਆਪਣੇ ਸਮੇਂ ਦੇ। ਮੇਰਾ ਨਿੱਕਾ ਭਰਾ ਪਰਮਜੀਤ ਸਿੰਘ ਸਰੋਂ, ਉਹ IG ਰਿਟਾਇਰ ਹੋਇਆ ਹੈ। ਮੈਂ ਪੰਜਾਬ ਪੁਲਿਸ ਦੀ ਵਰਕਿੰਗ ਨੂੰ ਬਹੁਤ ਨੇੜਿਓਂ ਦੇਖਿਆ ਤੇ ਜਾਣਦਾ। ਮੈਂ ਇਹ ਸਮਝਦਾ ਕਿ ਤਫਤੀਸ਼ਾਂ ਦੇ ਮਾਮਲੇ 'ਚ, ਕਿਸੇ ਵੀ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਮਲੇ 'ਚ ਪੰਜਾਬ ਪੁਲਿਸ ਇੱਕ ਬੇਹੱਦ ਸਫਲ ਫੋਰਸ ਰਹੀ ਹੈ। ਸਕਾਟਲੈਂਡ ਦੀ ਪੁਲਿਸ ਤੋਂ ਬਾਅਦ ਪੰਜਾਬ ਦੀ ਪੁਲਿਸ ਫੋਰਸ ਇਜ਼ ਦੀ ਬੈਸਟ ਪੁਲਿਸ ਫੋਰਸ। ਕੋਈ ਐਸਾ ਜਿਹੜਾ ਕ੍ਰਾਈਮ ਹੈ ਉਹ ਨਹੀਂ ਜਿਹੜਾ ਇੰਨਾ ਲੰਬੇ ਸਮੇਂ ਪੰਜਾਬ ਪੁਲਿਸ ਨੇ ਸੋਲਵ ਨਾ ਕੀਤਾ ਹੋਵੇ। ਕਿੰਨੇ ਬਲਾਈਂਡ ਮਰਡਰ ਸੋਲਵ ਕੀਤੇ ਔਰ ਸਾਰਾ ਕੁਝ ਉਹਨਾਂ ਨੇ ਦੇ ਬ੍ਰੌਟ ਇਟ ਟੂ ਦਾ ਸਰਫੇਸ। ਜੀ, ਉਹੀ ਕ੍ਰਾਈਮ ਸੋਲਵ ਨਹੀਂ ਹੁੰਦੇ ਜਿਹੜੇ ਉੱਪਰਲੇ ਨਹੀਂ ਚਾਹੁੰਦੇ, ਸਰਕਾਰ ਨਹੀਂ ਚਾਹੁੰਦੀ ਵੀ ਇਹ ਸੋਲਵ ਕੀਤੇ ਜਾਣ। ਉਹ ਚਿਹਰੇ ਬੇਨਕਾਬ ਕੀਤੇ ਜਾਣ ਜਿਹੜੇ ਇਹਨਾਂ ਜੁਰਮਾਂ ਦੇ ਪਿੱਛੇ ਨੇ। ਹੁਣ 6 ਸਾਲ ਦਾ ਸਮਾਂ 2015 ਤੋਂ ਲੈ ਕੇ ਅੱਜ 21 ਆ ਗਿਆ ਹੈਗਾ। ਇੰਨੀਆਂ ਜਿਹੜੀਆਂ ਹੈਗੀਆਂ ਨੇ ਸਿਟਸ ਬਣੀਆਂ ਨੇ, ਕਮਿਸ਼ਨ ਬਣੇ ਨੇ, ਕਿਸੇ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਹ ਕੌਣ ਹੈ? ਇਹ ਸੋਚਣਾ ਪਏਗਾ ਨਾ, ਕੌਣ ਹੈ ਜਿਹੜਾ ਕੋਈ ਨਤੀਜਾ ਨਿਕਲਣ ਨਹੀਂ ਦੇਣਾ ਚਾਹੁੰਦਾ? ਹੁਣ ਸੁਖਬੀਰ ਹੋਰਾਂ ਨੇ ਪਰਸੋਂ ਚੌਥੇ ਕਿਹਾ, ਚੈਲੰਜ ਕੀਤਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਬੇਅਦਬੀ ਦੇ ਮਾਮਲੇ 'ਚ ਫਿਰ ਲਿਆਓ ਸਾਹਮਣੇ ਸਾਡੇ ਖਿਲਾਫ ਸਬੂਤ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਜਿਹੜਾ ਇਹ ਕਹਿਣਾ ਉਸ ਦੇ ਕੁਝ ਵੈਲਿਡ ਪੁਆਇੰਟ ਹੋ ਸਕਦੇ ਆ? ਕਿਉਂਕਿ ਇਹ ਵੀ ਲਗਾਤਾਰ ਚਰਚਾ 'ਚ ਰਿਹਾ ਕਿ ਉਸ ਵਕਤ ਮਿਸਟਰ ਸੁਖਬੀਰ ਸਿੰਘ ਬਾਦਲ ਪੰਜਾਬ 'ਚ ਹੈ ਹੀ ਨਹੀਂ ਸਨ। ਕਿਤੇ ਵੀ ਹੋਵੇ, ਹੀ ਵਾਜ਼ ਡਿਪਟੀ ਚੀਫ ਮਿਨਿਸਟਰ, ਹੀ ਵਾਜ਼ ਦੀ ਹੋਮ ਮਿਨਿਸਟਰ, ਠੀਕ ਹੈ ਨਾ। ਉਹ ਕਿੱਥੇ ਸੀ ਇਹ ਤਾਂ ਉਹ ਦੱਸੇਗਾ, ਲੇਕਿਨ ਹਿਸ ਫਾਦਰ ਵਾਜ਼ ਦੀ ਚੀਫ ਮਿਨਿਸਟਰ, ਸਰਕਾਰ ਉਹਨਾਂ ਦੀ ਸੀ।
ਮੈਂ ਉਹਨਾਂ ਨੂੰ ਇਹ ਪੁੱਛਦਾ ਕਿ ਜਦ 1 ਜੂਨ ਨੂੰ 2015 ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋ ਗਏ ਨੇ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਉਹਨਾਂ ਨੂੰ ਕਿਉਂ ਨਹੀਂ ਅੱਚ ਵੀ ਲੱਗੀ ਪਿਓ ਪੁੱਤ ਨੂੰ? ਉਹਨਾਂ ਨੇ ਕਿਉਂ ਨਹੀਂ ਬਰੀਕ ਕੰਘੀ ਸਾਰੇ ਪੰਜਾਬ ਵਿੱਚ ਫੇਰ ਕੇ ਮਹਾਰਾਜ ਦੇ ਸਰੂਪ ਜਿਹੜੇ ਉਹ ਸਹੀ ਹਾਲਤ ਵਿੱਚ ਵਾਪਸ ਕਿਉਂ ਨਹੀਂ ਲਿਆਂਦੇ? ਉਸ ਤੋਂ ਬਾਅਦ ਜਦੋਂ ਪੋਸਟਰ ਲੱਗੇ, ਉਹ ਤਾਂ ਇੱਕ ਵਾਈਲਡ ਚੈਲੰਜ ਸੀ ਨਾ, ਸਾਰੀ ਕਮਿਊਨਿਟੀ ਨੂੰ ਵੀ ਸੀ, ਸਰਕਾਰ ਨੂੰ ਵੀ ਸੀ। ਉਹ ਇੱਕ ਕਮਿਊਨਲ ਵਾਇਲੈਂਸ ਤੇ ਹੈ ਸੀ। ਯੈਸ। ਉਸ ਤੋਂ ਬਾਅਦ ਵੀ ਕੁਝ ਨਹੀਂ ਕੀਤਾ। ਅਖੀਰ ਉਹ ਭਾਣੇ ਵਾਪਰ ਗਏ। ਉਹ ਬਤੌਰ ਹੋਮ ਮਿਨਿਸਟਰ, ਉਹਦਾ ਪਿਤਾ ਬਤੌਰ ਚੀਫ ਮਿਨਿਸਟਰ, ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਏ। ਦੂਸਰਾ, ਉਸੇ ਵੇਲੇ ਉਹ ਨੈਗੋਸ਼ੀਏਟ ਕਰ ਰਹੇ ਨੇ ਡੇਰਾ ਸਰਸੇ ਵਾਲੇ ਨਾਲ ਵੋਟਾਂ ਵਾਸਤੇ। ਵੋਟਾਂ ਲਈ ਕਰ ਰਹੇ ਨੇ ਜਾਂ ਨੋਟਾਂ ਲਈ ਕਰ ਰਹੇ ਨੇ, ਇਹ ਤਾਂ ਜਾਂ ਡੇਰੇ ਸਰਸੇ ਦਾ ਮੁਖੀ ਦੱਸ ਸਕਦਾ ਹੈ ਜਾਂ ਸੁਖਬੀਰ ਸਿੰਘ ਬਾਦਲ ਦੱਸ ਸਕਦੇ ਨੇ ਵੀ ਸੌਦੇਬਾਜ਼ੀ ਕੀ ਹੋ ਰਹੀ ਸੀ। ਸੌਦੇਬਾਜ਼ੀ ਕੋਈ ਹੋਈ, ਪਹਿਲਾਂ MSP ਹਿੰਦੁਸਤਾਨ 'ਚ ਰਿਲੀਜ਼ ਹੋ ਗਈ, MSG ਉਹਦੀ ਜਿਹੜੀ ਫਿਲਮ ਸੀ MSG ਪਾਰਟ 2 ਪੰਜਾਬ 'ਚ ਬੈਨ ਹੋਈ। ਕਿਉਂ ਬੈਨ ਕੀਤੀ? ਪਤਾ ਸੀ ਨਾ ਵੀ ਪੰਜਾਬ 'ਚ ਵਾਇਲੈਂਸ ਹੋਊਗੀ, ਲੋਕ ਇਹਨੂੰ ਐਕਸੈਪਟ ਨਹੀਂ ਕਰਨਗੇ। ਲੇਕਿਨ ਫਿਰ ਸੌਦੇਬਾਜ਼ੀ ਹੋਈ। ਜਿਹੜੀਆਂ ਗੱਲਾਂ ਮਤਲਬ ਜੇ ਸਾਡੇ ਕੋਲ ਉਸ ਵੇਲੇ ਸਰਕਾਰ ਹੁੰਦੀ ਜਾਂ ਕੋਈ ਵੀ ਗੁਰਸਿੱਖ ਹੋਰ ਹੁੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋਏ, ਤੁਹਾਡੀ ਫਿਲਮ ਚੱਲੇ ਤੇ ਪੰਜਾਬ 'ਚ ਕਿਵੇਂ ਹੋ ਸਕਦਾ? ਜਿਹੜਾ ਬੰਦਾ ਜ਼ਿੰਮੇਵਾਰ ਹੋਵੇ ਔਰ ਉਹ ਉਸ ਬੰਦੇ ਦੀ ਫਿਲਮ ਇੱਥੇ ਚਲਾਈ ਜਾਏ ਪੰਜਾਬ 'ਚ, ਕੌਣ ਤੁਹਾਨੂੰ ਕੁਐਸਚਨ ਕਰ ਸਕਦਾ ਸੀ? ਯੂ ਕੁਡ ਸੇ ਕਿ ਲਾ ਐਂਡ ਆਰਡਰ ਦੀ ਪ੍ਰੋਬਲਮ ਆ, ਨਾ ਸੁਪਰੀਮ ਕੋਰਟ ਨੇ ਇੰਟਰਵੀਨ ਕਰਨਾ ਸੀ, ਨਾ ਹਾਈ ਕੋਰਟ ਨੇ। ਇੱਥੇ ਕਤਲੋ ਗਾਰਤ ਹੋ ਜਾਏਗੀ, ਦੁਨੀਆ ਮਰ ਜਾਏਗੀ, ਮਰ ਮਿਟਣਗੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ, ਤੇ ਕੋਈ ਜ਼ਰੂਰੀ ਨਹੀਂ ਸੀ। ਲੇਕਿਨ ਨੈਗੋਸ਼ੀਏਟ ਕੀਤਾ। ਕੋਈ ਕਹਿੰਦਾ 100 ਕਰੋੜ ਰੁਪਈਆ ਲਿਆ, ਕੋਈ ਕੁਝ ਕਹਿੰਦਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ। ਲੇਕਿਨ ਇਹ ਤਾਂ ਇੱਕ ਫੈਕਟ ਹੈ ਕਿ ਤੁਸੀਂ ਉਹ ਫਿਲਮ ਚਲਾਉਣ ਦੇ ਵਾਸਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ, ਉਹ ਰੁਕਾਵਟ ਪਾਉਂਦਾ ਸੀ ਰਸਤੇ 'ਚ। ਜਿੰਨਾ ਚਿਰ ਉਹ ਹੁਕਮਨਾਮਾ ਇੰਟੈਕਟ ਹੈ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਦੋਂ ਜਾਰੀ ਕੀਤਾ ਜਦੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ 10ਵੇਂ ਪਾਤਸ਼ਾਹ ਦੀ ਪੁਸ਼ਾਕ ਦਾ ਸਵਾਂਗ ਰਚਾਇਆ। ਉਹ ਹੁਕਮਨਾਮਾ ਹਾਲੇ ਕਾਇਮ ਹੈ ਬਾਈਕਾਟ ਦਾ, ਤੇ ਜਿਹਦੇ ਖਿਲਾਫ ਹੁਕਮਨਾਮਾ ਹੈ ਉਹਦੀ ਫਿਲਮ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੁੰਦੇ ਹੋਏ ਕਿਵੇਂ ਚੱਲ ਸਕਦੀ ਹੈ? ਹੁਣ ਨੈਗੋਸ਼ੀਏਟ ਕਿਹਨੇ ਕੀਤਾ? ਸੁਖਬੀਰ ਉਹਨਾਂ ਨੇ ਨੈਗੋਸ਼ੀਏਟ ਕੀਤਾ, ਸਰਕਾਰ ਨੇ ਨੈਗੋਸ਼ੀਏਟ। ਜੇ ਸੁਖਬੀਰ ਨੇ ਨਹੀਂ ਕੀਤਾ ਤਾਂ ਸੁਖਬੀਰ ਦੱਸੇ ਵੀ ਕਿਹੜੇ ਅਫਸਰ ਨੇ ਨੈਗੋਸ਼ੀਏਟ ਕੀਤਾ, ਉਹ ਕਿਹੜੇ ਹਾਲਾਤ ਸੀ ਜਿਹਦੇ ਮੁਤਾਬਕ ਤੁਸੀਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੁੱਖ ਮੰਤਰੀ ਦੀ ਕੋਠੀ ਤਲਬ ਕੀਤਾ, ਨਾਲ ਦੂਜੇ ਪ੍ਰੀਸਟ ਬੁਲਾਏ, ਇੱਕ ਝੂਠੀ ਚਿੱਠੀ ਜਿਹੜੀ ਹੈ ਉਹ ਪੇਸ਼ ਕੀਤੀ ਹਿੰਦੀ 'ਚ ਲਿਖੀ ਹੋਈ, ਔਰ ਉਹਨਾਂ ਦੀ ਧੌਣ 'ਤੇ ਗੋਡਾ ਰੱਖ ਕੇ ਉਹ ਜਿਹੜਾ ਹੁਕਮਨਾਮਾ ਸੀ ਉਹ ਵਾਪਸ ਲਿਆ ਗਿਆ, ਉਹਨੂੰ ਮਾਫ ਕੀਤਾ ਗਿਆ, ਮਾਫੀਨਾਮਾ ਜਾਰੀ ਕੀਤਾ ਸਾਈਮਲਟੇਨੀਅਸਲੀ। ਹੁਣ ਇਹ ਦੇਖੋ, ਇਹ ਕਿੱਡੀ ਵੱਡੀ ਸਾਜ਼ਿਸ਼ ਹੈ। ਇਹਦਾ ਜਵਾਬ ਦੇਵੇ ਸੁਖਬੀਰ, ਇਹਦਾ ਜਵਾਬ ਦੇਵੇ ਪ੍ਰਕਾਸ਼ ਸਿੰਘ ਬਾਦਲ ਕਿ ਉਧਰ ਮੁਆਫ ਕੀਤਾ ਜਾਂਦਾ ਅਕਾਲ ਤਖਤ ਸਾਹਿਬ ਤੋਂ, ਉਸੇ ਦਿਨ ਪੰਜਾਬ 'ਚ ਫਿਲਮ ਚੱਲ ਜਾਂਦੀ ਹੈ। ਔਰ ਜਿਹੜੀ ਫਿਲਮ ਹੈ 200 300 ਬੰਦਾ ਪੁਲਿਸ ਦਾ ਇੱਕ ਥੀਏਟਰ ਦੇ ਸਾਹਮਣੇ ਬਿਠਾਇਆ ਗਿਆ। ਕਿਹਨੇ ਬਿਠਾਇਆ? ਹੋਮ ਮਿਨਿਸਟਰ ਦਾ ਸੁਖਬੀਰ ਸੀ ਨਾ। ਉਹ ਕਿਹਦੇ ਹੁਕਮ ਨਾਲ ਸਾਰੇ ਪੰਜਾਬ 'ਚ 200 ਸਿਪਾਹੀ, ਥਾਣੇਦਾਰ, SP ਲੈਵਲ ਦੇ ਅਫਸਰ ਥੀਏਟਰਾਂ ਦੇ ਬਾਹਰ ਖੜ੍ਹੇ ਪਹਿਰੇਦਾਰੀ ਕੀਤੀ, ਔਰ ਉਹ ਡੇਰਾ ਪ੍ਰੇਮੀਆਂ ਨੂੰ ਫਿਲਮ ਦੇਖਣ ਲਈ ਅੱਗੇ ਭੇਜ ਰਹੇ ਨੇ। ਹੂ ਵਾਜ਼ ਰਨਿੰਗ ਦੀ ਸਟੇਟ? ਕੀ ਇਹ ਜਵਾਬ ਦੇ ਸਕਦਾ ਜਿਹੜਾ ਕਹਿੰਦਾ ਸਾਡੀ ਜ਼ਿੰਮੇਵਾਰੀ ਦੱਸੋ ਕਿੱਥੇ ਬਣਦੀ ਹੈ? ਤੇਰੀ ਜ਼ਿੰਮੇਵਾਰੀ ਬਣਦੀ ਹੈ ਨਾ, ਤੂੰ ਹੀ ਹੈ। ਕਿਸकी थी मजाल महफिल से उठा देता है, मैं देखता था कि तू ही ने इशारा कर दिया। सब कुछ थोड़े इशारे नाल होया। फिर ਜਦੋਂ ਸੰਗਤਾਂ 'ਚ ਰੋਹ ਭੜਕ ਉੱਠਿਆ, ਫਿਰ ਤੁਸੀਂ ਹੁਕਮਨਾਮਾ ਵਾਪਸ ਲੈ ਲਿਆ, ਮਾਫੀਨਾਮੇ ਵਾਲਾ ਜੀ। ਔਰ ਤੁਸੀਂ ਉਹਨਾਂ ਲੋਕਾਂ ਨਾਲ ਨੈਗੋਸ਼ੀਏਟ ਕਰ ਰਹੇ ਹੋ ਜਿਹੜੇ ਲੋਕਾਂ ਨੇ ਇਸ਼ਤਿਹਾਰ ਲਾਏ ਹੋਏ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਖਿਲਾਰਨ ਦੇ, ਅੰਡਰ ਦੀ ਥ੍ਰੈਟ। ਉਹ ਇਸ਼ਤਿਹਾਰ ਜੇ ਪੰਜਾਬ ਦੇ ਲੋਕਾਂ ਕੋਲ ਸੀ ਤੇ ਸਰਕਾਰ ਕੋਲ ਵੀ ਸੀ। ਵਾਈ ਡਿਡ ਦੇ ਨੈਗੋਸ਼ੀਏਟਡ ਵਿਦ ਦੈਮ? ਇਹਨਾਂ ਨੇ ਕੀਤਾ ਨਾ ਨੈਗੋਸ਼ੀਏਟ। ਉਸ ਤੋਂ ਬਾਅਦ
ਜਦੋਂ ਫਿਲਮ ਦੁਬਾਰਾ ਵਾਇਲੈਂਸ ਹੋਈ ਪੰਜਾਬ 'ਚ, ਰਿਐਕਟ ਕੀਤਾ ਔਰ ਹੁਕਮਨਾਮਾ ਇਹਨਾਂ ਨੂੰ ਫੇਰ ਰਿਵੋਕ ਕਰਨਾ ਪਿਆ ਜੀ, ਉਸ ਤੋਂ ਬਾਅਦ ਉਹਨਾਂ ਨੇ ਅੰਗ ਖਿਲਾਰ ਦਿੱਤੇ, ਫਿਰ ਗੋਲੀਆਂ ਚੱਲੀਆਂ। ਇਹ ਪੁਲਿਸ ਕਿੱਥੇ ਸੀ ਜਦੋਂ ਬੁਰਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋਏ ਸੀ? 5 ਮਹੀਨੇ ਇਹਨਾਂ ਦੀ ਸਰਕਾਰ, ਇਹਨਾਂ ਦੀ ਪੁਲਿਸ ਵਿਰਵਰ ਦੇ ਹਾਈਡਿੰਗ। ਮੈਂ ਇਹੋ ਗੱਲ ਕਰ ਰਿਹਾ ਸੀ ਜਦੋਂ ਤੁਸੀਂ ਕਹਿ ਰਹੇ ਸੀ ਵੀ ਪੁਲਿਸ ਦੀ ਤਫਤੀਸ਼ ਸਭ ਤੋਂ ਬੈਸਟ ਹੈ। ਉੱਥੇ ਇਹ ਵੀ ਗੱਲਾਂ ਹੁੰਦੀਆਂ ਕਿ ਪੁਲਿਸ ਦੀ ਬਹੁਤ ਸਾਰੀ ਕਾਰਗੁਜ਼ਾਰੀ ਵੀ ਰਿਫਾਰਮ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਪਰਮਜੀਤ ਸਿੰਘ ਉਮਰਾ ਨੰਗਲ ਗਏ, ਉਹ ਮੂੰਹ ਜ਼ਬਾਨੀ ਆਰਡਰ ਤੇ ਚਲੇ ਗਏ। ਇਸ ਤੋਂ ਪਹਿਲਾਂ ਜਿਹੜੀਆਂ 2 ਘਟਨਾਵਾਂ ਹੋਈਆਂ ਉਹਨਾਂ ਦਾ ਪੈਟਰਨ ਵੀ ਬਰਗਾੜੀ ਵਰਗਾ ਸੀ। ਦੇਖੋ ਗੱਲ ਇਹ ਹੈ, ਇਹ ਗੱਲ ਸਮਝਣ ਵਾਲੀ ਹੈ। ਲੁਧਿਆਣੇ ਸ਼ਿਵ ਸੈਨਾ ਨਾਲ ਪੰਗਾ ਪਿਆ, ਉਸ ਭੀੜ ਨੂੰ ਖਦਾਰਨ ਲਈ ਵੀ ਇਸੇ ਤਰ੍ਹਾਂ ਗੋਲੀ ਚਲਾਈ, ਜਿਸ ਦੇ ਵਿੱਚ ਬੰਦਾ ਮਰਿਆ, ਉਹਨਾਂ ਨੂੰ ਮੁਆਵਜ਼ਾ ਦਿੱਤਾ, ਨੌਕਰੀ ਦਿੱਤੀ, ਮਾਮਲਾ ਠੱਪ ਕਰ ਦਿੱਤਾ। ਗੁਰਦਾਸਪੁਰ ਦੇ ਵਿੱਚ ਹੋਇਆ, ਜਸਪਾਲ ਸਿੰਘ ਮੁੰਡਾ ਸੀ, ਨਿੱਕੀ ਉਮਰ ਦਾ ਮੁੰਡਾ ਹੀ ਸੀ, ਗੋਲੀ ਚੱਲੀ, ਮਰ ਗਿਆ, ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ, ਮਾਮਲਾ ਠੱਪ ਕਰ ਦਿੱਤਾ, ਭੀੜ ਖਿੰਡ ਗਈ। ਉਹ ਸੇਮ ਪੈਟਰਨ ਬਰਗਾੜੀ ਦੇ ਵਿੱਚ ਨਹੀਂ, ਮੈਂ ਇਹ ਕਹਿਣਾ ਨਾ ਕਿ ਜਦੋਂ ਤੁਸੀਂ ਪੁਲਿਸ ਨੂੰ ਪੋਲਿਟਿਸਾਈਜ਼ ਕਰੋਗੇ, ਦਿਸ ਇਜ਼ ਦੀ ਪੋਲਿਟਿਸਾਈਜੇਸ਼ਨ ਆਫ ਦੀ ਪੁਲਿਸ, ਵੀ ਤੂੰ ਫਲਾਣੀ ਜਗ੍ਹਾ ਚੱਲ, ਉੱਥੇ ਜਾ ਕੇ ਮੋਰਚਾ ਸਾਂਭ। ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤੁਸੀਂ ਪੁਰਾਣੇ ਸਮਿਆਂ 'ਚ ਬੈਠ ਕੇ ਉਸ ਹਿਸਾਬ ਦੇ ਨਾਲ ਐਜ਼ ਇਫ ਯੂ ਆਰ ਸਟਿਲ ਲਿਵਿੰਗ ਇਨ ਅ ਟਰਾਈਬਲ ਈਰਾ, ਔਰ ਸਿਟਸ ਬਣੀਆਂ, ਕਿਸੇ ਦੀ ਕੋਈ ਅਕਾਊਂਟੇਬਿਲਿਟੀ ਨਹੀਂ। ਮੈਂ ਤਾਂ ਇਹ ਹੁਣ ਸਵਾਲ ਕਰਦਾ ਤੁਹਾਡੇ ਰਾਹੀਂ, ਭਈ ਸਿੱਟ ਬਣਾਈ ਅਮਰਿੰਦਰ ਸਿੰਘ ਨੇ, ਜਿਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ, ਸਿੱਟ ਖਿੱਲਰ ਗਈ, ਸਿੱਟ ਲੜ ਪਈ, ਹੈ ਜੀ, ਸਾਰਾ ਕੁਝ ਮੀਡੀਆ 'ਚ ਆਇਆ, ਪਬਲਿਕ ਦੇ ਨੋਟਿਸ 'ਚ ਆਇਆ। ਅਮਰਿੰਦਰ ਸਿੰਘ ਕੋਲ ਇੰਨਾ ਵੇਲ ਹੀ ਨਹੀਂ ਸੀ ਕਿ ਸਿੱਟ ਵਾਲੇ ਮੈਂਬਰਾਂ ਨੂੰ ਬੁਲਾ ਕੇ ਬਤੌਰ ਹੋਮ ਮਿਨਿਸਟਰ ਕਹਿੰਦਾ ਕਿ ਬੰਦੇ ਦੇ ਪੁੱਤ ਬਣੋ, ਯੂ ਆਰ ਏ ਗਵਰਨਮੈਂਟ ਸਰਵੈਂਟ, ਯੂ ਕਾਂਟ ਡੂ ਲਾਈਕ ਦਿਸ। ਨੋਬਡੀ ਬਾਦਰਡ, ਕਿਉਂਕਿ ਉਹਨਾਂ ਦਾ ਕੋਈ ਕੰਸਰਨ ਹੀ ਨਹੀਂ ਸੀ, ਜੋ ਮਰਜ਼ੀ ਹੁੰਦਾ ਰਵੇ, ਕਿਉਂਕਿ ਉਹ ਇਸ ਗੱਲ 'ਚ ਦਿਲਚਸਪੀ ਨਹੀਂ ਸੀ ਰੱਖਦੇ। ਅੰਡਰ ਦੀ ਜਿਹੜਾ ਦੁਬਈ ਸਮਝੌਤਾ ਹੈ ਨਾ, ਜਿਹੜਾ ਦੁਬਈ ਐਗਰੀਮੈਂਟ ਹੈਗਾ, ਉਹਦੇ ਮੁਤਾਬਕ ਅਮਰਿੰਦਰ ਸਿੰਘ ਨੇ ਕੁਝ ਵੀ ਅਜਿਹਾ ਨਹੀਂ ਸੀ ਕਰਨਾ ਜਿਹੜਾ ਬਾਦਲਾਂ ਦੇ ਖਿਲਾਫ ਜਾਂਦਾ ਹੋਵੇ। ਹੁਣ ਇਹ ਜਿਹੜਾ ਮਾਮਲਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਜਿਨ੍ਹਾਂ ਦੇ ਰਾਜ ਵਿੱਚ ਹੋਇਆ, ਜਿਨ੍ਹਾਂ ਦੇ ਅਹਿਦ ਵਿੱਚ ਹੋਇਆ, ਉਹਨਾਂ ਨੂੰ ਬੁਲਾਏ ਬਿਨਾ, ਉਹਨਾਂ ਨੂੰ ਪੁੱਛੇ ਬਿਨਾ, ਜਿਨ੍ਹਾਂ ਦੇ ਅੰਡਰ ਉਸ ਵੇਲੇ ਪੁਲਿਸ ਸੀ, ਜਿਨ੍ਹਾਂ ਦੇ ਅੰਡਰ ਸਾਰੀ ਸਰਕਾਰ ਸੀ, ਔਰ ਉਸ ਬੰਦੇ ਨੂੰ ਸ਼ਾਮਲ ਤਫਤੀਸ਼ ਕੀਤੇ ਬਿਨਾ, ਭਾਵੇਂ ਉਹ ਕਿਸੇ ਵੀ ਜੇਲ੍ਹ 'ਚ ਹੋਵੇ, ਜੀ ਤੋਂ ਸਾਰੀ ਇਹ ਕਹਾਣੀ ਤੁਰੀ, ਜਿਹਦੇ ਪੈਰੋਕਾਰਾਂ ਨੇ ਸਾਰਾ ਕੁਝ ਕੀਤਾ, ਜਿਹਦੀ ਫਿਲਮ ਚਲਾਉਣ ਲਈ ਇਹ ਇਸ਼ਤਿਹਾਰ ਲੱਗੇ, ਉਸ ਨੂੰ ਤਾਂ ਕਿਸੇ ਨੇ ਇੰਟੈਰੋਗੇਟ ਨਹੀਂ ਕੀਤਾ। ਕੋਈ ਬੰਦਾ, ਨੋਬਡੀ ਇਜ਼ ਬਿਗਰ ਦੈਨ ਦੀ ਲਾਅ। ਤੇ ਕਾਨੂੰਨ ਦੀ ਬਾਂਹ ਜਿਹੜੀ ਹੈ ਉਹਨਾਂ ਤੱਕ ਕਿਉਂ ਨਾ ਪਹੁੰਚੀ? ਹੁਣ ਇਹ ਜਿਹੜਾ ਫੈਸਲਾ ਹਾਈ ਕੋਰਟ ਦਾ ਆ ਗਿਆ, ਹਾਈ ਕੋਰਟ ਦਾ ਫੈਸਲਾ ਬੜਾ ਦੁਖਦਾਈ ਹੈ। ਉਹਦੇ 'ਚ ਉਹਨਾਂ ਨੇ ਰੱਜ ਕੇ ਬਾਦਲਾਂ ਨੂੰ ਸਾਰੀ ਸਿੱਖ ਕੌਮ ਦੋਸ਼ੀ ਮੰਨ ਰਹੀ ਹੈ ਬੇਅਦਬੀ ਵਾਸਤੇ ਜੀ, ਲੇਕਿਨ ਅਦਾਲਤ ਦੇ ਫੈਸਲੇ ਨੇ ਉਹਨਾਂ ਦੀ ਰੱਜ ਕੇ ਤਾਰੀਫ ਕਰਤੀ, ਤੇ ਉਹਨਾਂ ਨੂੰ ਨਾ ਉਹ ਅਕਿਊਜ਼ਡ ਸੀਗੇ, ਨਾ ਉਹਨਾਂ ਦੇ ਖਿਲਾਫ ਕੋਈ ਨਾ ਉਹ ਐਪਲੀਕੈਂਟ ਸੀਗੇ, ਨਾ ਉਹਨਾਂ ਦੇ ਖਿਲਾਫ ਕੋਈ ਚਾਰਜ ਸ਼ੀਟ ਸੀ, ਨਾ ਉਹਨਾਂ ਦਾ ਦੋਸ਼ੀਆਂ 'ਚ ਨਾਂ ਸੀ। ਉਹਨਾਂ ਦੀ ਇੰਨੀ ਤਾਰੀਫ, ਇੱਕ ਸ਼ਾਰਟ ਸਟੋਰੀ ਪੂਰੀ ਜੱਜ ਨੇ ਲਿਖਤੀ ਜੱਜਮੈਂਟ 'ਚ, ਹਾਂਜੀ, ਔਰ ਉਹਨਾਂ ਨੂੰ ਬਰੀਅਲਜ਼ੁਮਾ ਕਰ ਦਿੱਤਾ। ਹੁਣ ਜਿਹੜੀ ਨਵੀਂ ਸਿੱਟ ਬਣਾਈ, ਉਹਦੇ ਪੈਰਾਂ ਹੱਥਾਂ 'ਚ ਬੇੜੀਆਂ ਪਾਤੀਆਂ। ਇਹ ਜਿਹੜੀਆਂ ਟਿੱਪਣੀਆਂ ਹੈਗੀਆਂ ਨੇ ਹਾਈ ਕੋਰਟ ਦੀ ਜੱਜਮੈਂਟ ਦੀਆਂ, ਉਹਨਾਂ ਟਿੱਪਣੀਆਂ ਦੀ ਰੌਸ਼ਨੀ 'ਚ ਨਵੀਂ ਜਿਹੜੀ ਸਿੱਟ ਹੈ ਉਹ ਬਾਦਲਾਂ ਤੱਕ ਕਿਵੇਂ ਜਾਏਗੀ? ਜਦ ਤੱਕ ਤੁਸੀਂ ਉਸ ਵੇਲੇ ਦੇ ਹੋਮ ਮਿਨਿਸਟਰ ਔਰ ਚੀਫ ਮਿਨਿਸਟਰ ਨੂੰ ਇੰਟੈਰੋਗੇਟ ਨਹੀਂ ਕਰੋਗੇ, ਸ਼ਾਮਲ ਤਫਤੀਸ਼ ਨਹੀਂ ਕਰੋਗੇ, ਤੁਹਾਨੂੰ ਸੱਚਾਈ ਦਾ ਕਿਵੇਂ ਪਤਾ ਲੱਗੇਗਾ? ਇਸ ਕਰਕੇ ਫਿਰ ਹੁਣ ਤੁਸੀਂ, ਮੈਂ ਜਿਹੜੀ ਕਹਿ ਰਿਹਾ ਨਾ ਵੀ ਸਾਜ਼ਿਸ਼ ਬਹੁਤ ਵੱਡੀ ਹੈ। ਡੋਵਲ ਦਾ ਵੀ ਜ਼ਿਕਰ ਕੀਤਾ, ਡੋਵਲ ਉਦੋਂ ਵੀ ਪਲੇ ਕਰ ਰਿਹਾ ਸੀ, ਹੁਣ ਵੀ ਪਲੇ ਕਰ ਰਿਹਾ। ਜਿਸ ਦਿਨ ਜੱਜਮੈਂਟ ਹਾਈ ਕੋਰਟ ਦੀ ਆਉਂਦੀ ਹੈ ਜਸਟਿਸ ਰਾਜਵੀਰ ਸ਼ਹਿਰਾਵਤ ਦੀ, ਜਿਹਦੇ 'ਚ ਉਹ ਕੁਐਸ਼ ਕਰਦੇ ਨੇ, ਨਾਲ ਉਹ ਇਹ ਕਹਿੰਦੇ ਨੇ ਕਿ ਜੀ ਇਹਨੂੰ ਕੁੰਵਰ ਵਿਜੇ ਪ੍ਰਤਾਪ ਨੂੰ। ਹੁਣ ਇਹਦੇ 'ਚ ਇੱਕ ਹੋਰ ਪਹਿਲੂ ਤੁਸੀਂ ਦੇਖੋ, ਜਦੋਂ ਜੱਜ 3 ਪ੍ਰਪੋਜ਼ਲਾਂ ਜਸਟਿਸ ਸ਼ਹਿਰਾਵਤ ਦਿੰਦੇ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ,
ਜਿਹੜੀ ਉਹਨਾਂ ਦੀ ਟੀਮ ਉੱਥੇ ਪੇਸ਼ ਹੋਈ ਕਿ ਜਾਂ ਤਾਂ ਤੁਸੀਂ ਰਜ਼ਾਮੰਦ ਹੋ ਜਾਓ ਕਿ ਕੇਸ CBI ਨੂੰ ਦੇ ਦਿੱਤਾ ਜਾਵੇ ਜਾਂ ਇਸ ਕੇਸ ਦੀ ਤਫਤੀਸ਼ ਹਰਿਆਣਾ ਪੁਲਿਸ ਨੂੰ ਦੇ ਦਿੱਤੀ ਜਾਵੇ ਜਾਂ ਫਿਰ ਤੁਸੀਂ ਇੱਕ ਨਵੀਂ ਸਿੱਟ ਬਣਾ ਦਿਓ। ਪਹਿਲੀ ਜਿਹੜੀ ਸਿੱਟ ਹੈਗੀ ਉਹਦੀ ਜਿਹੜੀ ਤਫਤੀਸ਼ ਹੈ ਉਹ ਸਾਰੀ ਸਮਰੀ ਨੂੰ ਅਸੀਂ ਰੱਦ ਕਰਦੇ ਹਾਂ। ਨਵੀਂ ਸਿੱਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਏਗਾ, ਠੀਕ ਹੈ ਨਾ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਟਾਇਰੇਡ ਜਿਹੜਾ ਸੀ ਉਹ ਬਾਦਲਾਂ ਨੇ ਸ਼ੁਰੂ ਕੀਤਾ ਹੋਇਆ ਸੀ। ਉਹੀ ਭਾਸ਼ਾ ਅਨਫੋਰਚੂਨੇਟਲੀ ਹਾਈ ਕੋਰਟ ਦੀ ਜੱਜਮੈਂਟ 'ਚ ਆ ਗਈ ਜੀ। ਹੁਣ ਜਦੋਂ ਇਹ 3 ਪ੍ਰਸਤਾਵ ਰੱਖੇ ਗਏ ਤਾਂ ਜਿਹੜਾ ਸਰਕਾਰੀ ਵਕੀਲ ਸੀ ਉਹਨੇ ਮਾਨਯੋਗ ਜੱਜ ਨੂੰ ਇਹ ਕਿਹਾ ਕਿ ਮੇਰੇ ਕੋਲ ਇਨਸਟਰਕਸ਼ਨਸ ਨਹੀਂ ਹਨ ਸਰਕਾਰ ਦੀਆਂ ਵੀ ਇਹਨਾਂ ਤਿੰਨਾਂ 'ਚੋਂ ਕਿਹੜੀ ਗੱਲ ਮੰਨਣੀ ਹੈ, ਇਸ ਲਈ ਮੈਨੂੰ ਸਮਾਂ ਦੇ ਦਿਓ, ਕੋਰਟ ਥੋੜ੍ਹੀ ਦੇਰ ਲਈ ਅਡਜਰਨ ਹੋ ਜੇ ਇਸ ਇਸ਼ੂ 'ਤੇ, ਮੈਂ ਸਰਕਾਰ ਤੋਂ ਹਦਾਇਤਾਂ ਲੈ ਕੇ ਦੁਬਾਰਾ ਆਉਣਾ। ਫਿਰ ਉਹ ਸਰਕਾਰ ਤੋਂ ਹਦਾਇਤ ਲੈਂਦਾ। ਸਰਕਾਰ ਕਿਹੜੀ ਹੈ? ਕੈਪਟਨ ਅਮਰਿੰਦਰ ਸਿੰਘ, ਉਹਦੇ ਅੰਡਰ ਐਡਵੋਕੇਟ ਜਨਰਲ ਹੈ, ਉਹਦਾ ਐਡਵੋਕੇਟ ਜਨਰਲ ਹੈ, ਔਰ ਉਹ ਦੁਬਾਰਾ ਸਾਰੀ ਹਦਾਇਤ ਲੈ ਕੇ ਵਕੀਲ ਪੇਸ਼ ਹੁੰਦਾ ਸਰਕਾਰ ਦਾ ਤੇ ਉਹ ਕਹਿੰਦਾ ਜੀ ਤੀਜੀ ਸ਼ਰਤ ਮਨਜ਼ੂਰ ਹੈ, ਨਵੀਂ ਸਿੱਟ, ਪੁਰਾਣੀ ਸਾਰੀ ਰੱਦ, ਸਾਰੀ ਤਫਤੀਸ਼ ਰੱਦ, ਔਰ ਇਹਨੂੰ ਬਾਹਰ ਕੀਤਾ ਜਾਏਗਾ ਕੁੰਵਰ ਵਿਜੇ ਪ੍ਰਤਾਪ ਸਿੰਘ। ਸਰਕਾਰ ਨੇ ਮੰਨੀ ਨਾ ਇਹ। ਹੁਣ ਉਹ ਜਿਹੜੀ ਜੱਜਮੈਂਟ ਹੈ ਉਹ ਜੱਜਮੈਂਟ ਦੇ ਰੂਪ 'ਚ ਆ ਗਈ ਜੱਜ ਨੇ। ਉਸ ਤੋਂ ਬਾਅਦ ਇਮੀਡੀਏਟ ਰਿਐਕਸ਼ਨ ਆਉਂਦਾ ਕੈਪਟਨ ਅਮਰਿੰਦਰ ਸਿੰਘ ਦਾ ਕਿ ਸਾਡੀ ਸਰਕਾਰ ਇਹਨੂੰ ਸੁਪਰੀਮ ਕੋਰਟ 'ਚ ਚੈਲੰਜ ਕਰੇਗੀ। ਕਿੱਥੇ ਆ ਉਹ ਚੈਲੰਜ? ਸਰਕਾਰ ਦਾ ਫੈਸਲਾ ਮੰਨ ਲਿਆ, ਸਿੱਟ ਨਵੀਂ ਬਣਾਤੀ, 6 ਮਹੀਨੇ ਦਾ ਟਾਈਮ ਦੇ ਦਿੱਤਾ, ਜਦ ਕਿ ਕੋਰਟ ਕਹਿੰਦੀ ਹੈ ਵਿਦਿਨ 6 ਮੰਥ। ਤੁਸੀਂ ਤਾਂ ਨਵੀਂ ਸਿੱਟ ਬਣਾਉਂਦੇ ਹੋ, ਤੁਸੀਂ ਉਹਨੂੰ ਕਹਿ ਸਕਦੇ ਹੋ ਵਿਦਿਨ 3 ਮੰਥ ਦਿਓ, ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੈ। ਜਦ 6 ਮਹੀਨੇ ਪੂਰੇ ਹੋਣੇ ਨੇ ਨਾ, ਉਹ ਸਿੱਟ ਹੈਜ਼ ਏ ਰਾਈਟ ਕਿ ਉਸ ਵੇਲੇ ਉਹ ਇੱਕ ਦਰਖਾਸਤ ਦੇ ਦੇਣਗੇ ਜੀ ਇਹਦੀ ਮਿਆਦ ਵਧਾ ਦਿਓ, ਹਲੇ ਸਾਨੂੰ ਬਹੁਤ ਸਾਰੇ ਸਬੂਤ ਜਿਹੜੇ ਨੇ ਉਹ ਮਿਲੇ ਨਹੀਂ, ਅਸੀਂ ਘੋਖ ਕਰ ਰਹੇ ਹਾਂ ਜੀ। ਵਾਟ ਵਿਲ ਹੈਪਨ? ਚੋਣਾਂ ਆ ਜਾਣੀਆਂ ਨੇ, ਫਰਵਰੀ 22 'ਚ ਚੋਣਾਂ ਨੇ, ਅਤੇ ਜਦ ਨੂੰ ਇਹਨਾਂ ਦੀ 6 ਮਹੀਨੇ ਦੀ ਮਿਆਦ ਹੋਣੀ ਹੈ ਉਦੋਂ ਨੂੰ ਚੋਣ ਜ਼ਾਬਤਾ ਲੱਗ ਜਾਣਾ, ਸਾਰੀ ਗੱਲ ਵੱਟੇ ਖਾਤੇ 'ਚ ਪੈ ਜਾਣੀ ਹੈ। ਹੁਣ ਅਮਰਿੰਦਰ ਸਿੰਘ ਦਾ ਇਸ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਨਾ ਕਰਨਾ, ਸੁਖਬੀਰ ਸਿੰਘ ਦਾ ਬੜਕ ਮਾਰਨਾ, ਇਹ ਸਾਰੀਆਂ ਚੀਜ਼ਾਂ ਲਿੰਕਡ ਨੇ ਕਿ ਜੇ ਕਿਸੇ ਕੋਲ ਕੋਈ ਸਬੂਤ ਆ ਤਾਂ ਲਿਆਓ। ਸਬੂਤ ਤਾਂ ਸਾਰੇ ਇਕੱਠੇ ਕੀਤੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਜਿਹਨੇ 10ਵਾਂ ਚਲਾਨ ਪੇਸ਼ ਕਰਨਾ ਸੀ। ਉਸ ਚਲਾਨ 'ਚ ਸਬੂਤ ਸੀਗੇ। ਉਹ ਤਫਤੀਸ਼ ਦੀ ਸਾਰੀ ਜਿਹੜੀ ਰਿਪੋਰਟ ਆ ਉਹ ਰੱਦ ਕਰਤੀ। ਹੁਣ ਉਹ ਕੋਰਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਾਈ ਕੋਰਟ ਨੇ ਬੇੜੀਆਂ ਪਾਤੀਆਂ। ਉਹ ਰਿਕਾਰਡ ਸਾਰਾ ਅਮਰਿੰਦਰ ਸਿੰਘ ਦੇ ਕੋਲ ਆ ਬਤੌਰ ਹੋਮ ਮਿਨਿਸਟਰ। ਨਵੀਂ ਸਿੱਟ ਨੂੰ ਕਹਿਤਾ ਕਿ ਤੁਸੀਂ ਪੀਸ ਮੀਲ ਕੋਈ ਵੀ ਚੀਜ਼ ਮੀਡੀਆ 'ਚ ਨਹੀਂ ਦੇਣੀ, ਜਿੰਨੇ ਮਰਜ਼ੀ ਉਹਨਾਂ ਨੂੰ ਸਬੂਤ ਲੱਭ ਜਾਣ, ਜਦ ਤੱਕ ਉਸ ਮੁਤੱਲਕਾ ਅਦਾਲਤ 'ਚ ਚਲਾਨ ਨਹੀਂ ਪੇਸ਼ ਕਰਦੇ ਉਹ ਕਿਸੇ ਪਾਸ ਨਹੀਂ ਜਾ ਸਕਦੇ। ਹੁਣ ਚਲਾਨ ਉਹ ਇਹ ਵੀ ਹੋ ਸਕਦਾ ਕਿ 6ਵੇਂ ਮਹੀਨੇ 'ਚ ਪੇਸ਼ ਕਰਨ ਜੇ ਕਰਨਾ ਹੋਇਆ। ਤੀਜੀ ਗੱਲ ਇਹ ਹੈ ਕਿ ਜਦੋਂ ਸੁਖਬੀਰ ਨੂੰ ਇਹ ਤਸੱਲੀ ਹੋ ਗਈ ਕਿ ਕੈਪਟਨ ਅਮਰਿੰਦਰ ਸਿੰਘ ਇਸ ਹਾਈ ਕੋਰਟ ਦੀ ਜੱਜਮੈਂਟ ਨੂੰ ਸੁਪਰੀਮ ਕੋਰਟ 'ਚ ਚੈਲੰਜ ਨਹੀਂ ਕਰੇਗਾ, ਫਿਰ ਉਹਨੇ ਬੜਕ ਮਾਰਤੀ ਵੀ ਲਿਆਓ ਫਿਰ ਸਬੂਤ, ਕਿਉਂਕਿ ਉਸ ਹਾਈ ਕੋਰਟ ਦੀ ਜੱਜਮੈਂਟ ਦੇ ਇਨ ਐਗਜ਼ਿਸਟੈਂਸ ਹੁੰਦਿਆਂ ਇਟ ਵੁੱਡ ਬੀ ਵੈਰੀ ਡਿਫਿਕਲਟ, ਇਟ ਵੁੱਡ ਬੀ ਵਾਇਓਲੇਟਿਵ ਯੂ ਸੀ ਆਫ ਦੀ ਕੋਰਟ ਐਡਿਕਟ ਕਿ ਜੇ ਤੁਸੀਂ ਬਾਹਰ ਕੋਈ ਚੀਜ਼ ਲੈ ਕੇ ਜਾਂਦੇ ਹੋ। ਇਹ ਸਾਰਾ ਕੁਝ ਜਿਹੜਾ ਹੈਗਾ ਉਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈਗਾ। ਔਰ ਉਹ ਗਾਲਬ ਦੀ ਗਜ਼ਲ ਦਾ ਇੱਕ ਸ਼ੇਰ ਹੈ ਨਾ, ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ। ਇਹ ਤਮਾਸ਼ਾ ਹੋ ਰਿਹਾ, ਇਹ ਰਲ ਮਿਲ ਕੇ ਤਮਾਸ਼ਾ ਬਣਾ ਰਹੇ ਨੇ। ਔਰ ਮੈਂ ਤੁਹਾਡੇ ਰਾਹੀਂ, ਕਿਉਂਕਿ ਸੁਖਬੀਰ ਨੇ ਕਿਹਾ ਵੀ ਕਿਸੇ ਕੋਲ ਸਬੂਤ ਹੈਗੇ ਤਾਂ ਲਿਆਓ, ਮੈਂ ਜਿੰਨੀਆਂ ਗੱਲਾਂ ਕਹੀਆਂ ਸਾਰੇ ਸਬੂਤ ਹੀ ਨੇ ਨਾ, ਇਹ ਤਾਰੀਖਾਂ ਸਬੂਤ ਨੇ ਜਿਹੜੀਆਂ ਦਿੱਤੀਆਂ ਨੇ। ਜਦੋਂ ਮਹਾਰਾਜ ਦੇ ਸਰੂਪ ਚੋਰੀ ਹੋਣਾ, ਇਸ਼ਤਿਹਾਰਾਂ ਦਾ ਲੱਗਣਾ, ਉਸ ਤੋਂ ਬਾਅਦ ਫਿਲਮ ਦਾ ਬੰਦ ਹੋਣਾ, ਫਿਲਮ ਦਾ ਚਾਲੂ ਹੋਣਾ,
ਹੁਕਮਨਾਮਾ ਹੋਣਾ ਅਕਾਲ ਤਖਤ ਦਾ, ਇਹ ਸਾਰੇ ਸਬੂਤ ਨੇ। ਇਹਨਾਂ ਲਈ ਕੋਈ ਸਬੂਤ ਦੀ ਲੋੜ ਹੈ? ਇਹ ਤਾਂ ਦੀਵਾਰਾਂ ਬੋਲ ਰਹੀਆਂ ਨੇ ਕਿ ਤੁਸੀਂ ਕਿੰਨੀ ਵੱਡੀ ਸਾਜ਼ਿਸ਼ ਕੀਤੀ, ਤੁਸੀਂ ਪਿੱਠ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੱਲ, ਔਰ ਤੁਸੀਂ ਦੋਸਤੀ ਨਿਭਾਈ ਦੋਖੀਆਂ ਦੇ ਨਾਲ। ਉਹਨਾਂ ਲੋਕਾਂ ਨਾਲ ਤੁਸੀਂ ਮਿੱਤਰਤਾ ਪਾਲੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਵਾਈਆਂ, ਔਰ ਬਹੁਤ ਘਟੀਆ ਲੈਵਲ ਤੇ ਜਾ ਕੇ ਬੇਅਦਬੀਆਂ ਕੀਤੀਆਂ ਗਈਆਂ। ਤੁਸੀਂ ਉਹਨਾਂ ਨਾਲ ਖੜੇ, ਤੁਸੀਂ ਆਪਣੇ ਗੁਰੂ ਨਾਲ ਨਹੀਂ ਖੜੇ। ਹੋਰ ਕਿਹੜੇ ਸਬੂਤਾਂ ਦੀ ਤੁਹਾਨੂੰ ਲੋੜ ਹੈ? ਮੈਂ ਉਹਨੂੰ ਚੈਲੰਜ ਕਰਦਾ, 1 ਜੂਨ ਨੂੰ ਮਹਾਰਾਜ ਦੇ ਸਰੂਪ ਚੋਰੀ ਹੋਏ ਬੁਰਜ ਜਵਾਹਰ ਸਿੰਘ ਵਾਲਾ, ਅਸੀਂ ਸਾਰੇ ਉਸ ਦਿਨ ਅਰਦਾਸ ਕਰਨ ਜਾ ਰਹੇ ਹਾਂ। ਜੇ ਸੁਖਬੀਰ 'ਚ ਦਮ ਹੈ ਤਾਂ ਉਹ 1 ਤਰੀਕ ਨੂੰ ਬੁਰਜ ਜਵਾਹਰ ਸਿੰਘ ਵਾਲਾ ਆ ਜਾਵੇ ਅਤੇ ਉੱਥੇ ਕਵੇ ਸੰਗਤਾਂ ਦੇ ਸਾਹਮਣੇ ਵੀ ਜੇ ਕੋਈ ਤੁਹਾਡੇ ਕੋਲ ਸਬੂਤ ਹੈ ਤਾਂ ਦੱਸੋ ਵੀ ਅਸੀਂ ਬੇਅਦਬੀ ਦੇ ਮਾਮਲੇ 'ਚ ਸਾਡੀ ਕੋਈ ਭੂਮਿਕਾ ਹੈ ਜਾਂ ਨਹੀਂ। ਅਸੀਂ ਉਹਨੂੰ ਸਵਾਲ ਕਰਾਂਗੇ ਉੱਥੇ ਵੀ ਸੰਗਤਾਂ ਫੈਸਲਾ ਕਰ ਦੇਣਗੀਆਂ। ਸਿੱਖ ਸੰਗਤ ਹੀ ਜਦ ਗੁਰੂ ਦੀ ਬੇਅਦਬੀ ਹੋਈ ਹੈ, ਅਦਾਲਤਾਂ ਦਾ ਨਿਆਂ ਤਾਂ ਹੁਣ ਤੁਸੀਂ ਦੇਖ ਲਿਆ ਨਾ। ਹੁਣ ਤਾਂ ਸੰਗਤਾਂ ਨੇ ਨਿਆਂ ਕਰਨਾ, ਇੱਕ ਵਾਰ ਕਰਤਾ। ਇਹਨਾਂ ਨੂੰ ਉਹ ਥਾਂ ਸਿੱਟਿਆ ਕਿ ਪਹਿਲੀ ਵਾਰੀ ਹੋਇਆ ਕਿ ਅਕਾਲੀ ਦਲ ਦੀ ਲੈਜਿਸਲੇਚਰ ਪਾਰਟੀ ਦਾ ਲੀਡਰ ਆਫ ਦੀ ਆਪੋਜੀਸ਼ਨ ਨਹੀਂ ਬਣ ਸਕਿਆ, ਤੀਜੇ ਥਾਂ ਤੇ ਚਲੇ ਗਏ। ਇੱਕ ਨਿਆਂ ਤਾਂ ਕਰਤਾ ਨਾ ਪਬਲਿਕ ਨੇ। ਹੁਣ ਇਹ ਜੇ ਦੁਬਾਰਾ ਕਰਾਉਣਾ ਚਾਹੁੰਦੇ ਨੇ, ਸਾਡੇ ਗੁਰੂ ਦੀ ਬੇਅਦਬੀ ਹੋਈ ਹੈ, ਉਹਦਾ ਫੈਸਲਾ ਕੌਮ ਕਰੇਗੀ। ਜੇ ਤੁਹਾਡੇ 'ਚ ਦਮ ਹੈ, ਜੇ ਤੁਹਾਨੂੰ ਵਿਸ਼ਵਾਸ ਆਓ ਬੁਰਜ ਜਵਾਹਰ ਸਿੰਘ ਵਾਲਾ ਉਦੋਂ ਪੇਸ਼ ਹੋ, ਅਸੀਂ ਚਾਰਜ ਸ਼ੀਟ ਕਰਾਂਗੇ, ਫਿਰ ਲੋਕ ਫੈਸਲਾ ਕਰ ਦੇਣ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਡੇ ਨਾਲ ਵੀਰ ਦਵਿੰਦਰ ਸਿੰਘ। ਉਹਨਾਂ ਦੇ ਨਾਲ ਆਪਾਂ ਪੰਥਕ ਸਿਆਸਤ, ਪੰਜਾਬ ਦੀ ਸਿਆਸਤ ਅਤੇ ਬਰਗਾੜੀ ਇਸ਼ੂ ਦੇ ਉੱਤੇ ਖੁੱਲ੍ਹੀਆਂ ਗੱਲਾਂ ਕੀਤੀਆਂ। ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਕੁਝ ਤੈਅ ਹੋਵੇਗਾ। ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਵੀ ਉਡੀਕ ਹੋਵੇਗੀ। ਅਸੀਂ ਦੇਖਦੇ ਹਾਂ ਕਿ ਕੌਨਸਟੀਟਿਊਸ਼ਨਲ ਸੋਲ ਦੇ ਉੱਤੇ ਕਿੰਨਾ ਪਹਿਰਾ ਹੁੰਦਾ ਹੈ ਅਤੇ ਪੰਥਕ ਸਿਆਸਤ ਆਪਣੇ ਮੂੰਹ ਮੁਹਾਂਦਰੇ ਨੂੰ ਕਿਸ ਤਰ੍ਹਾਂ ਨਿਖਾਰਦੀ ਹੈ।